मौली धरती मौलिया आकाश, कट कट मौलिया आत्म परगास, आत्म परगास, आत्म परगास, आत्म परगास। वाहिगुरु जी का खालसा वाहिगुरु जी की फतेह। अकाल पुरख वाहिगुरु जी की किरपा सदका नवंबर महीने की मासिक विद्यक कार्यशाला दौरान देश विदेश के समूह विद्यक अदारिਆਂ ਦੇ ਪ੍ਰਿੰਸੀਪਲ ਸਾਹਿਬਾਨ, ਪ੍ਰਬੰਧਕ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ਅਸੀਂ ਆਤਮ ਪ੍ਰਕਾਸ਼ ਦੀ ਸਮੁੱਚੀ ਟੀਮ ਵੱਲੋਂ ਤਹਿ ਦਿਲੋਂ ਜੀ ਆਇਆਂ ਨੂੰ ਆਖਦੇ ਹਾਂ। ਜਿਵੇਂ ਕਿ ਤੁਸੀਂ ਭਲੀ ਭਾਂਤ ਜਾਣੂ ਹੋ ਕਿ ਆਤਮ ਪ੍ਰਕਾਸ਼ ਦੀ ਟੀਮ ਵਿਦਿਆਰਥੀਆਂ ਦੇ ਸੁਚਾਰੂ ਮੁੱਖਾਂ ਵਜੋਂ ਘਾਟ ਕਰਨ ਲਈ ਨਿਰੰਤਰ ਕਾਰਜਸ਼ੀਲ ਹੈ। ਆਪ ਜੀ ਦੇ ਸਹਿਯੋਗ ਨਾਲ ਆਤਮ ਪ੍ਰਕਾਸ਼ ਐਪ ਦਾ ਨਿਖਰਿਆ ਹੋਇਆ ਰੂਪ ਆਪ ਜੀ ਦੇ ਹੱਥਾਂ ਵਿੱਚ ਹੈ। 50 ਤੋਂ ਵੱਧ ਉਸਤਾਦਾਂ ਰਾਹੀਂ ਲਗਭਗ 500 ਵਿਦਿਆਰਥੀਆਂ ਦੀ ਘਾੜਤ ਦੀ ਸੇਵਾਵਾਂ ਇੱਕ ਕਾਰਜ ਦੀ ਨਿਆਈ ਚੱਲ ਰਹੀਆਂ ਹਨ। ਜਿਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੇ ਇਹਨਾਂ ਕਾਰਜਾਂ ਦੀ ਅਹਿਮੀਅਤ ਨੂੰ ਸਮਝ ਲਿਆ ਹੈ ਅਤੇ ਉਸਤਾਦ ਵਜੋਂ ਨਿਯਤ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਯਤ ਕਰ ਲਈਆਂ ਹਨ, ਉਹ ਵਧਾਈ ਦੇ ਪਾਤਰ ਹਨ। ਅਤੇ ਬਾਕੀ ਸਭਨਾਂ ਨੂੰ ਬੇਨਤੀ ਹੈ ਕਿ ਆਓ ਆਪੋ ਆਪਣੇ ਘਰਾਂ 'ਚੋਂ ਇਹ ਕਾਰਜ ਆਰੰਭ ਕਰੀਏ। ਆਪਣੇ ਬੱਚਿਆਂ ਨਾਲ ਆਤਮ ਪ੍ਰਕਾਸ਼ ਐਪ ਤੋਂ ਰੋਜ਼ਾਨਾ ਦੇ ਸਬਕ ਨੂੰ ਜ਼ਰੂਰ ਵਿਚਾਰੀਏ। ਉਹਨਾਂ ਦੀ ਆਤਮ ਪ੍ਰਕਾਸ਼ ਐਪ ਉੱਪਰ ਉਪਲਬਧ ਸਮਾਂ ਸਾਰਣੀ ਨੂੰ ਬਣਵਾਈਏ। ਜੇ ਅਸੀਂ ਆਤਮ ਪ੍ਰਕਾਸ਼ ਦੇ ਇਹਨਾਂ ਕਾਰਜਾਂ ਦਾ ਲਾਹਾ ਲੈ ਕੇ ਵਿਦਿਆਰਥੀਆਂ ਦੀ ਰੋਜ਼ਾਨਾ ਦੀ ਪ੍ਰਗਤੀ ਸੁਨਿਸ਼ਚਿਤ ਕਰ ਲਈਏ ਤਾਂ ਸਿਆਣ ਮਨੁੱਖਾਂ ਦਾ ਕਾਫਲਾ ਤਿਆਰ ਹੋ ਕੇ ਛੇਤੀ ਹੀ ਸੁੱਖ ਵਰਤਾਏਗਾ। ਇਸ ਮਨੋਰਥ ਦੀ ਪੂਰਤੀ ਲਈ ਅੱਜ ਦੀਆਂ ਵਿਚਾਰਾਂ ਨੂੰ ਅੱਗੇ ਤੋਰਦੇ ਹਾਂ। ਪਿਛਲੇ ਮਹੀਨੇ ਦੀ ਕਾਰਜਸ਼ਾਲਾ ਦੌਰਾਨ ਆਰੰਭ ਕੀਤੇ ਗਏ ਵਿਸ਼ੇ ਦਾ ਅਗਲਾ ਭਾਗ ਅੱਜ ਅਸੀਂ ਸਰਵਣ ਕਰਾਂਗੇ ਕਿ ਨਿਤਨੇਮ ਦੀਆਂ ਬਾਣੀਆਂ ਸਾਡੀ ਸ਼ਖਸੀਅਤ ਦੀ ਘਾਟ ਦੀਆਂ ਮੁੱਢਲੀਆਂ ਲੋੜਾਂ ਨੂੰ ਕਿਵੇਂ ਪੂਰਾ ਕਰਦੀਆਂ ਹਨ ਅਤੇ ਅਸੀਂ ਨਿਤਨੇਮੀ ਕਿਉਂ ਹੋਣਾ ਹੈ। ਪਿਛਲੇ ਮਹੀਨੇ ਅਸੀਂ ਜਪਜੀ ਸਾਹਿਬ ਦੀ ਬਾਣੀ ਅਤੇ ਸ਼ਖਸੀਅਤ ਉਸਾਰੀ ਸੰਬੰਧੀ ਵਿਚਾਰ ਸਰਵਣ ਕੀਤੀਆਂ ਸਨ। ਡਾਕਟਰ ਵਰਿੰਦਰਪਾਲ ਸਿੰਘ ਜੀ ਇਸ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਨਗੇ। ਅੱਜ ਦੀ ਇਸ ਕਾਰਜਸ਼ਾਲਾ ਵਿੱਚ ਅਸੀਂ ਬਾਕੀ ਦੀਆਂ ਬਾਣੀਆਂ ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ, ਸ਼ਖਸੀਅਤ ਉਸਾਰੀ ਦੇ ਕਿੰਨਾ ਪਹਿਲੂਆਂ ਨੂੰ ਘੜਦੀਆਂ ਹਨ ਅਤੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਹਨਾਂ ਬਾਣੀਆਂ ਦੇ ਅਭਿਆਸੀ ਭਾਵ ਨਿਤਨੇਮੀ ਕਿਵੇਂ ਬਣਾਉਣਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦਾ ਸੈਸ਼ਨ ਆਰੰਭ ਕਰੀਏ, ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਜਿਸ ਸਰੋਤੇ ਨੇ ਅਜੇ ਤੱਕ ਆਤਮ ਪ੍ਰਕਾਸ਼ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬ ਦੇਣ ਤਾਂ ਜੋ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਈਏ ਤਾਂ ਤੁਹਾਨੂੰ ਉਸ ਦਾ ਸੁਨੇਹਾ ਪ੍ਰਾਪਤ ਹੋ ਜਾਵੇ ਅਤੇ ਅਸੀਂ ਸਾਰੇ ਮਿਲ ਕੇ ਇਸ ਚਾਰ ਮਨੁੱਖਾਂ ਦੇ ਕਾਫਲੇ ਨੂੰ ਬਣਾ ਕੇ ਸਮਾਜ ਨੂੰ ਖੁਸ਼ਹਾਲ ਬਣਾ ਸਕੀਏ। ਆਓ ਡਾਕਟਰ ਵਰਿੰਦਰਪਾਲ ਸਿੰਘ ਹੋਣਾ ਤੋਂ ਸਰਵਣ ਕਰਦੇ ਹਾਂ। ਅੱਜ ਦਾ ਵਿਸ਼ਾ ਸ਼ਖਸੀਅਤ ਉਸਾਰੀ ਲਈ ਨਿਤਨੇਮ ਦੀਆਂ ਬਾਣੀਆਂ ਦਾ ਮਹੱਤਵ ਭਾਗ 2। ਬਾਣੀ ਹੈ ਜਪ ਤੋਂ ਬਾਅਦ ਜਾਪ। ਦੇਖੋ ਪਹਿਲੀ ਬਾਣੀ ਜਪ ਸੀ, ਦੂਜੀ ਬਾਣੀ ਦਾ ਨਾਮ ਰਲਮਾ ਮਿਲਮਾ, ਵਿਚਾਲੇ ਕੀ ਆ ਗਿਆ? ਡੰਡਾ, ਜਾਪ। ਇਹ ਕੀ ਹੈ? ਜਪ ਤੋਂ ਜਾਪ ਦਾ ਸਫ਼ਰ ਹੈ ਭਾਈ। ਹੁਣ ਸਾਡੀ ਪਹਿਲੀ ਬਾਣੀ ਵਿੱਚ ਸਾਨੂੰ ਸਮਝ ਆ ਗਈ ਜਪ ਕਿਸ ਦਾ ਕਰਨਾ ਹੈ, ਜਪ ਕਦੋਂ ਕਰਨਾ ਹੈ, ਜਪ ਕਿਵੇਂ ਕਰਨਾ ਹੈ। ਇਹ ਸਾਡੀ ਪਹਿਲੀ ਬਾਣੀ ਹੈ ਜਪ। ਹੁਣ ਜਾਪ ਵਿੱਚ ਕੀ ਹੈ? ਹੁਣ ਅਸੀਂ ਜਾਪ ਦੇ ਵਿੱਚ ਪ੍ਰਵੇਸ਼ ਕਰ ਜਾਣਾ ਹੈ, ਪਰਮਾਤਮਾ ਦੇ ਵਿੱਚ ਇੱਕ ਸੁਰ ਹੋ ਜਾਣਾ ਹੈ ਤੇ ਇੱਕ ਸੁਰ ਹੋ ਕੇ ਹੁਣ ਅਸੀਂ ਰੱਬ ਦੇ ਗੁਣ ਕਹਿਣੇ ਨਹੀਂ, ਤੁਸੀਂ ਰੱਬ ਦੇ ਗੁਣਾਂ ਦੇ ਵਿੱਚ ਮਸਤ ਹੋ ਜਾਣਾ ਹੈ, ਰੱਬ ਦੇ ਗੁਣਾਂ ਵਿੱਚ ਚੁੱਭੀ ਮਾਰ ਲੈਣੀ ਹੈ। ਇਹ ਹੈ ਜਾਪ। ਕਿਵੇਂ ਹੈ? ਮੈਂ ਇਸ ਬਾਣੀ ਨੂੰ ਇਸ ਤਰ੍ਹਾਂ ਪੜ੍ਹਦਾ, ਮੈਂ ਇਸ ਬਾਣੀ ਨੂੰ ਇਵੇਂ ਅਨੁਭਵ ਕਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਦੀ ਬਖਸ਼ਿਸ਼ ਕੀਤੀ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਜਪਜੀ ਦਾ ਅਭਿਆਸ ਕਰ ਕਰਕੇ ਪਰਮਾਤਮਾ ਵਿੱਚ ਇੱਕ ਸੁਰ ਹੋ ਗਏ। ਜਦੋਂ ਇੱਕ ਸੁਰ ਹੋਏ ਗੁਰੂ ਗੋਬਿੰਦ ਸਿੰਘ ਜੀ ਤੇ ਅਕਾਲ ਪੁਰਖ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਨੂੰ ਕਿ ਗੋਬਿੰਦ ਸਿੰਘ ਆ ਤੈਨੂੰ ਅੱਜ ਸੈਰ ਕਰਾਈਏ, ਅੱਜ ਤੈਨੂੰ ਅਕਾਲ ਪੁਰਖ ਦਾ ਰੂਪ ਪ੍ਰਗਟ ਕਰਕੇ ਦਿਖਾਈਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਿਹਾਲ ਹੋ ਗਏ, ਰੱਬ ਨੂੰ ਸੀਸ ਨਵਾ ਦਿੱਤਾ। ਸੀਸ ਝੁਕਾ ਕੇ ਆਖਦੇ ਨੇ, ਹੇ ਅਕਾਲ ਪੁਰਖ ਕਿਰਪਾ ਕਰ ਕਿ ਮੈਨੂੰ ਸੋਝੀ ਦੇ। ਕਹਿੰਦੇ ਜਦੋਂ ਰੱਬ ਸੋਝੀ ਦੇਣ ਲੱਗਿਆ, ਹੁਣ ਇੱਦਾਂ ਦੀ ਗੱਲ ਹੈ, ਗੱਲ ਨੂੰ ਸੌਖੀ ਕਰਕੇ ਸਮਝਣਾ ਹੈ ਵਿਦਿਆਰਥੀਓ। ਇੰਝ ਸਮਝੋ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਇੱਕ ਫਿਲਮ ਦੇਖਣ ਲੱਗੇ ਹੈ, ਇੱਕ ਅਕਾਲ ਪੁਰਖ ਦੇ ਰੱਬ ਦੇ ਗੁਣਾਂ ਦੀ, ਤੇ ਰੱਬ ਜੀ ਕਹਿੰਦੇ ਅੱਜ ਮੈਂ ਤੈਨੂੰ ਸਾਰੇ ਗੁਣ ਦੱਸ ਦੇਣੇ ਹੈ
ਤੇ ਗੁਰੂ ਸਾਹਿਬ ਜਿਵੇਂ ਆਪਾਂ ਤਿਆਰ ਹੋ ਕੇ ਫਿਲਮ ਦੇਖਣ ਜਾਂਦੇ ਆ ਨਾ, ਤੇ ਗੁਰੂ ਗੋਬਿੰਦ ਸਿੰਘ ਜੀ ਅੱਜ ਤਿਆਰ ਹੋ ਕੇ ਫਿਲਮ ਦੇਖਣ ਚਲੇ ਗਏ। ਕਿਵੇਂ ਗਏ ਹੋਣਗੇ ਗੁਰੂ ਸਾਹਿਬ ਤਿਆਰ ਹੋ ਕੇ? ਗੁਰੂ ਸਾਹਿਬ ਕਿਵੇਂ ਤਿਆਰ ਹੋਏ ਹੋਣਗੇ? ਸੋਹਣੇ ਜਿਹੇ ਕੱਪੜੇ ਪਾਏ ਹੋਣਗੇ, ਸੋਹਣੀ ਜੀ ਕਲਗੀ ਲਾਈ ਹੋਊਗੀ, ਸੋਹਣੇ ਜਿਹੇ ਘੋੜੇ ਤੇ ਸਵਾਰ ਹੋ ਕੇ ਗਏ ਹੋਣਗੇ ਫਿਲਮ ਦੇਖਣ। ਕਿਵੇਂ ਗਏ ਹੋਣਗੇ? ਗੁਰੂ ਸਾਹਿਬ ਨੇ ਆਪਣੀ ਕਲਮ ਘੜੀ ਸਿਆਹੀ ਕੋਲੇ ਰੱਖ ਲਈ, ਕਹਿੰਦੇ ਬਾਬਾ ਜੀ ਅਕਾਲ ਪੁਰਖ ਕਿਰਪਾ ਕਰੋ, ਜਿਹੜੀ ਕਿਰਪਾ ਕਰੋਗੇ ਮੈਂ ਲਿਖ ਦਊਂਗਾ, ਮੇਰੇ ਸਿੱਖ ਰਹਿੰਦੀ ਦੁਨੀਆ ਤੱਕ ਤੁਹਾਡੇ ਗੁਣਾਂ ਤੱਕ ਪਹੁੰਚ ਸਕਿਆ ਕਰਨਗੇ। ਉਹਨੂੰ ਪੜ੍ਹ ਕੇ ਕਰੋ ਕਿਰਪਾ, ਦਿਖਾਓ ਮੈਨੂੰ ਆਪਣੇ ਦਰਸ਼ਨ, ਉਹ ਫਿਲਮ ਦਿਖਾਓ, ਉਹ ਯਾਤਰਾ ਮੈਨੂੰ ਕਰਾਓ। ਕਹਿੰਦੇ ਜਦੋਂ ਯਾਤਰਾ ਸ਼ੁਰੂ ਹੋਈ ਤੇ ਗੁਰੂ ਸਾਹਿਬ, ਪਹਿਲਾਂ ਤਾਂ ਨੰਬਰਿੰਗ ਆਉਂਦੀ ਹੈ ਨਾ ਫਿਲਮ ਦੀ, ਕਿਉਂ ਜੀ? ਨੰਬਰਿੰਗ ਸਕਰੀਨ ਤੇ ਆ ਰਹੀ ਹੈ, ਐਕਟਰ ਕੌਣ ਹੈ, ਪ੍ਰੋਡਿਊਸਰ ਕੌਣ ਹੈ, ਕਿਵੇਂ ਕਿਵੇਂ ਹੈ, ਇਹੋ ਜਿਹੀ ਨੰਬਰਿੰਗ ਆਉਣੀ ਸ਼ੁਰੂ ਹੋਈ। ਗੁਰੂ ਸਾਹਿਬ ਤਾਂ ਬੜੀ ਰੂਹਾਨੀ ਉਡਾਰੀ ਦੇ ਵਿੱਚ ਨੇ, ਸਮਝ ਗਏ ਕਿ ਗੱਲ ਹੋਣੀ ਕੀ ਹੈ। ਤੇ ਮੰਗਲਾ ਚਰਨ ਵਿੱਚ ਨੰਬਰਿੰਗ ਦੇਖਦਿਆਂ ਹੀ ਲਿਖ ਦਿੱਤਾ, ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੋ ਸ਼ਾਹਾਨ ਗਣਿਜੈ, ਤ੍ਰੈ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਵਣ ਤ੍ਰਣ ਕਹਿਤ, ਤਬ ਸਰਵ ਨਾਮ ਕਥੇ ਕਵਨ, ਕਰਮ ਨਾਮ ਵਰਨਤ ਸਮਤ। ਇਹਦਾ ਸੰਖੇਪ ਵਿੱਚ ਭਾਵ ਇਹ ਹੈ, ਪਰਮਾਤਮਾ ਤੇਰਾ ਕੋਈ ਰੰਗ ਨਹੀਂ, ਰੂਪ ਨਹੀਂ, ਚਿੰਨ੍ਹ ਨਹੀਂ, ਬੋਲੀ ਨਹੀਂ। ਤੈਨੂੰ ਲੋਕ ਜਿਹੜੇ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਉਹ ਫਿਰ ਨੇਤ 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 ਤੂੰ 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 ਹੀ ਕਰਦੇ ਨੇ। ਤੇਰੇ ਬਾਰੇ ਗੱਲ ਕਹੀ ਨਹੀਂ ਜਾ ਸਕਦੀ। ਮੈਂ ਕਲਮ ਚੱਕ ਤਾਂ ਲਈ ਹੈ, ਮੈਂ ਦਵਾਤ ਰੱਖ ਤਾਂ ਲਈ ਹੈ, ਪਰ ਗੱਲ ਬਾਬਾ ਜੀ ਇੱਦਾਂ ਹੈ ਕਿ ਤੁਹਾਡੇ ਬਾਰੇ ਲਿਖਿਆ ਨਹੀਂ ਜਾਣਾ। ਹੁਣ ਤੁਸੀਂ ਜੋ ਜੋ ਮੈਨੂੰ ਦਿਖਾਓਗੇ ਮੈਂ ਓਨਾ ਲਿਖ ਦਊਂਗਾ। ਤੇਰੇ ਬਾਰੇ ਸਾਰਾ ਕੁਝ ਲਿਖਿਆ ਨਹੀਂ ਜਾ ਸਕਦਾ, ਤੇਰੇ ਸਾਰੇ ਨਾਂ ਲਿਖੇ ਨਹੀਂ ਜਾ ਸਕਦੇ। ਤਬ ਸਰਵ ਨਾਮ ਕਥੇ ਕਵਨ, ਤੇਰੇ ਸਾਰੇ ਨਾਂ ਕੌਣ ਦੱਸੇ? ਕਰਮ ਨਾਮ, ਤੇਰੇ ਕੰਮਾਂ ਨੂੰ ਮੈਂ ਨਾਮ ਬਣਾ ਦੇਵਾਂਗਾ ਤੇਰੇ। ਵਰਨਤ ਸੁਮਤ, ਜਿੰਨੀ ਕੁ ਮਤ ਮੈਨੂੰ ਅਕਾਲ ਪੁਰਖ ਪਿਤਾ ਜੀ ਦਵੋਗੇ, ਗੋਬਿੰਦ ਸਿੰਘ ਤੁਹਾਡੇ ਕੰਮ, ਤੁਹਾਡੇ ਗੁਣ ਜਿਹੜੇ ਮੈਨੂੰ ਦਿਖਾਉਣ ਲੱਗੇ ਹੋ, ਮੈਂ ਓਨੇ ਕੁ ਲਿਖ ਦੇਵਾਂਗਾ। ਪਰ ਮਤ ਜਾਣਿਓ ਇਹ ਸਾਰੇ ਲਿਖ ਦਿੱਤੇ ਗਏ ਨੇ। ਰੱਬ ਦੇ ਸਾਰੇ ਨਾਂ, ਰੱਬ ਦੇ ਸਾਰੇ ਕੰਮ, ਗੁਰੂ ਪਿਤਾ ਜੀ ਕਹਿੰਦੇ ਮੇਰੇ ਵੱਸ ਦੀ ਖੇਡ ਨਹੀਂ ਕਿ ਮੈਂ ਲਿਖ ਸਕਾਂ। ਇਹ ਅਕਾਲ ਪੁਰਖ ਕਿਰਪਾ ਕਰੀ ਕਿ ਜਿੰਨਾ ਕੁ ਤੂੰ ਮੈਨੂੰ ਦਿਖਾਏਂਗਾ ਮੈਂ ਇਸ ਕਲਮ ਨਾਲ ਲਿਖ ਕੇ ਛੱਡ ਜਾਵਾਂ, ਤਾਂ ਕਿ ਮੇਰੇ ਸਿੱਖ ਤੇਰੀ ਇਸ ਕਿਰਪਾ ਦਾ ਆਨੰਦ ਮਾਣ ਸਕਣ। ਇਹ ਬਾਣੀ ਹੈ ਜਾਪ। ਜਦੋਂ ਵੀ ਇਸ ਨੂੰ ਪੜ੍ਹਨਾ ਹੈ, ਇਸ ਤਰ੍ਹਾਂ ਅਨੁਭਵ ਕਰਨਾ ਹੈ ਕਿ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਵਾਹਿਗੁਰੂ ਦੇ ਸਾਖਸ਼ਾਤ ਦਰਸ਼ਨ ਕਰ ਰਹੇ ਨੇ। ਜੋ ਜੋ ਦੇਖਿਆ ਤੇ ਉਹ ਲਿਖਿਆ ਤੇ ਇਹ ਅਟਲ ਸੱਚਾਈ ਹੈ। ਗੱਲ ਸ਼ੁਰੂ ਬੜੇ ਪ੍ਰੇਮ ਨਾਲ ਹੁੰਦੀ ਹੈ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਗੱਲ ਸ਼ੁਰੂ ਕਿੱਥੋਂ ਹੋਈ? ਪਰਮਾਤਮਾ ਨੇ ਪਹਿਲੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਦਿਖਾਈ ਕਿ ਰੱਬ ਦੀ ਮੌਤ ਨਹੀਂ ਹੈ। ਅਕਾਲ, ਰੱਬ ਨੂੰ ਜਪਣ ਵਾਲੇ ਉਹ ਨਿਰਭਉ ਹੋ ਜਾਓ, ਤੁਹਾਡਾ ਮਾਲਕ ਕਦੀ ਨਹੀਂ ਮਰਨ ਵਾਲਾ, ਸਦਾ ਤਾਕਤਵਰ ਹੈ। ਕਦੀ ਘਬਰਾਇਓ ਨਾ ਆਪਣੇ ਔਗਣਾਂ ਨੂੰ ਦੇਖ ਕੇ। ਨਮਸਤਵੰ ਕਿਰਪਾਲੇ, ਬਹੁਤ ਕਿਰਪਾ ਕਰੇਗਾ, ਦਿਆਲੂ ਹੈ, ਤੁਹਾਡੇ ਔਗਣ ਨਹੀਂ ਦੇਖੇਗਾ। ਇੰਨਾ ਸੋਹਣਾ ਹੈ। ਸ਼ਬਦ ਘਟਾਉਣ ਦੇ ਜਾ ਰਹੇ ਨੇ, ਪੈਰ ਥੱਲਿਓਂ ਵਾਹਵਾ ਚੱਕ ਲਿਆ। ਨਮਸਤੰ ਅਰੂਪੇ ਨਮਸਤੰ ਅਨੂਪੇ। ਉਹ ਰੱਬ ਦਾ ਕੋਈ ਰੂਪ ਹੀ ਨਹੀਂ ਹੈ, ਪਰ ਹੈ ਬਹੁਤ ਸੋਹਣਾ। ਹੁਣ ਇਹਨੂੰ ਅਨੁਭਵ ਕਰੋ, ਹੈ ਬਹੁਤ ਸੋਹਣਾ ਪਰ ਸ਼ਕਲ ਕੋਈ ਹੈ ਹੀ ਨਹੀਂ, ਕਿਉਂਕਿ ਤੁਹਾਡੀ ਪਕੜ ਵਿੱਚ ਉਹ ਗੁਣ ਹੀ ਨਹੀਂ ਆ ਰਹੇ। ਉਹ ਸੋਹਣਾ ਐਡਾ ਵੱਡਾ ਹੈ, ਹੀਰੇ ਜਵਾਹਰਾਤ ਦਾ ਮੁੱਲ ਹਰ ਬੰਦੇ ਨੂੰ ਨਹੀਂ ਹੁੰਦਾ, ਉਹਦੇ ਵਾਸਤੇ ਪੱਥਰ ਹੀ ਹੁੰਦੇ ਨੇ। ਇਹ ਰੂਪੇ ਦਾ ਮਤਲਬ ਇਹ ਹੈ ਕਿ ਉਹ ਰੂਪ ਸਾਡੀ ਪਕੜ 'ਚ ਨਹੀਂ ਆਉਂਦਾ। ਨਮਸਤੰ ਅਪੇਖੇ ਨਮਸਤੰ ਅਲੇਖੇ, ਕੋਈ ਪਹਿਰਾਵਾ ਨਹੀਂ, ਲਿਖਿਆ ਹੀ ਨਹੀਂ ਜਾ ਸਕਦਾ। ਨਮਸਤੰ ਅਕਾਏ, ਉਹਦਾ ਸਰੀਰ ਨਹੀਂ ਹੈ ਕੋਈ। ਨਮਸਤੰ ਅਜਾਏ, ਉਹ ਮਾਂ ਦੀ ਕੁੱਖ ਵਿੱਚੋਂ ਪੈਦਾ ਨਹੀਂ ਹੋਇਆ। ਕਹਿੰਦਾ ਇਹ ਕਿਹੜੀ ਮਾਂ ਦਾ ਜਾਇਆ? ਕਹਿੰਦਾ ਕਿਹੜੀ ਮਾਂ ਦਾ ਜਾਇਆ?
ਇਹਨੂੰ ਕਿਹੜੀ ਮਾਂ ਨੇ ਜੰਮਿਆ? ਉਹ ਅਜਾਏ ਹੈ, ਉਹਨੂੰ ਕਿਸੇ ਮਾਂ ਨੇ ਨਹੀਂ ਜੰਮਿਆ। ਗੁਰੂ ਸਾਹਿਬ ਰੱਬ ਦਿਖਾ ਰਿਹਾ ਕਿ ਮੈਂ ਕਿਵੇਂ ਆਇਆ। ਗੁਰੂ ਸਾਹਿਬ ਨੂੰ ਲੱਗ ਗਿਆ ਪਤਾ ਇਹ ਮਾਂ ਦੇ ਕੋਲੋਂ ਨਹੀਂ ਆਇਆ। ਕਹਿੰਦੇ ਅਜਾਏ, ਉਹਦਾ ਸਰੀਰ ਕੋਈ ਨਹੀਂ ਹੈ। ਕਹਿੰਦੇ ਅਕਾਏ, ਨਮਸਤੰ ਅਗੰਜੇ ਨਮਸਤੰ ਅਪੰਜੇ, ਉਹਨੂੰ ਕੋਈ ਹਰਾ ਨਹੀਂ ਸਕਦਾ। ਅਗੰਜ, ਉਹਨੂੰ ਕੋਈ ਜਿੱਤ ਨਹੀਂ ਸਕਦਾ। ਨਮਸਤੰ ਅਪੰਜੇ, ਉਹਨੂੰ ਕੋਈ ਤੋੜ ਨਹੀਂ ਸਕਦਾ। ਨਮਸਤੰ ਅਨਾਮੇ ਨਮਸਤੰ ਅਠਾਮੇ, ਉਹਦਾ ਕੋਈ ਨਾਂ ਨਹੀਂ, ਉਹਦਾ ਕੋਈ ਥਾਂ ਨਹੀਂ। ਨਮਸਤੰ ਅਕਰਮੰ ਨਮਸਤੰ ਅਧਰਮੰ, ਲੋਕੀ ਧਰਮ ਦੇ ਕਰਮ ਕਰਦੇ ਨੇ ਉਹਨੂੰ ਮਿਲਣ ਦੇ ਲਈ। ਖਿਆਲ ਕਰਨਾ ਕਿੱਡੀ ਵੱਡੀ ਗੱਲ ਕਹਿ ਰਹੇ ਗੁਰੂ ਗੋਬਿੰਦ ਸਿੰਘ। ਕਹਿੰਦੇ ਰੱਬ ਨੂੰ ਪ੍ਰਾਪਤ ਕਰਨ ਲਈ ਕੋਈ ਧਰਮ ਕਰਮ ਕਰਨ ਦੀ ਲੋੜ ਨਹੀਂ। ਉਹ ਧਰਮਾਂ ਤੋਂ ਵੀ ਉੱਪਰ ਹੈ, ਧਰਮ ਦੇ ਕੀਤੇ ਹੋਏ ਕਰਮਾਂ ਤੋਂ ਵੀ ਉੱਪਰ ਹੈ। ਕਿਆ ਕਮਾਲ, ਦੇਖੋ ਕਿੱਡੀ ਲਿਬਰਟੀ ਹੈ ਗੁਰੂ ਗੋਬਿੰਦ ਸਿੰਘ ਦਾ। ਕਮਾਲ ਦੀ ਇਹ ਲਿਖਤ। ਕਹਿੰਦੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਲੋਕਾਂ ਨੇ ਤੁਹਾਨੂੰ ਐਵੇਂ ਭੁਲੇਖਿਆਂ 'ਚ ਪਾ ਲਿਆ, ਆਹ ਕਰਮ ਕਰੋ, ਆਹ ਕਰੋ, ਆਹ ਕਰੋ। ਉਹ ਰੱਬਾ ਮੈਨੂੰ ਤੈਨੂੰ ਮੇਰੀ ਨਮਸਕਾਰ ਹੈ। ਇਹ ਰੱਬ ਜੀ ਤੁਹਾਨੂੰ ਮੇਰੀ ਨਮਸਕਾਰ ਹੈ। ਤੁਸੀਂ ਨਾ ਕਰਮਾਂ ਤੋਂ ਵੀ ਤਾਂ ਹੋ, ਤੁਹਾਨੂੰ ਪ੍ਰਾਪਤ ਕਰਨ ਲਈ ਕੋਈ ਕਰਮ ਕਰਨਾ ਹੀ ਨਹੀਂ ਪੈਂਦਾ। ਅਕਰਮੰਗ ਅਧਰਮੰਗ, ਤੁਹਾਨੂੰ ਪ੍ਰਾਪਤ ਕਰਨ ਲਈ ਤੁਸੀਂ ਧਰਮ ਤੋਂ ਵੀ ਉੱਤੇ ਹੋ। ਕਮਾਲ ਦੀ ਬਾਤ ਹੈ। ਨਮਸਤੰ ਦਾ ਮਤਲਬ ਹੁੰਦਾ ਹੈ ਨਮਸਕਾਰ ਕਰਨਾ। ਹੇ ਰੱਬ ਜੀ ਮੈਂ ਤੁਹਾਨੂੰ ਨਮਸਕਾਰ ਕਰਦਾ ਕਿ ਤੁਹਾਨੂੰ ਮਿਲਣ ਲਈ ਕਿਸੇ ਵੀ ਤਰ੍ਹਾਂ ਦੇ ਕਰਮ ਦੀ ਲੋੜ ਨਹੀਂ ਹੈ। ਨਮਸਤੰ ਅਨਾਮੰ ਨਮਸਤੰ ਅਤਾਮੰ, ਉਸ ਰੱਬ ਦਾ ਕੋਈ ਨਾਮ ਨਹੀਂ, ਉਹ ਨਾਮ ਤੋਂ ਬਿਨਾਂ ਹੈ। ਆਪਾਂ ਕਹਿੰਦੇ ਹਾਂ ਸੰਬੋਧਨ ਕਰਦੇ ਹਾਂ ਨਾ, ਵੱਖ-ਵੱਖ ਨਾਮ ਨੇ, ਵੱਖ-ਵੱਖ ਵਿਚਾਰਧਾਰਾਵਾਂ ਨੇ ਰੱਖੇ ਹੋਏ, ਪਰ ਗੁਰੂ ਪਿਤਾ ਜੀ ਕਹਿੰਦੇ ਉਸ ਰੱਬ ਦਾ ਕੋਈ ਵੀ ਇੱਕ ਨਾਮ ਨਹੀਂ ਹੈ ਔਰ ਨਾ ਹੀ ਉਸ ਰੱਬ ਦਾ ਕੋਈ ਇੱਕ ਵਿਸ਼ੇਸ਼ ਟਿਕਾਣਾ ਹੈ। ਉਹ ਹਰ ਥਾਂ ਤੇ ਪਸਰਿਆ ਹੋਇਆ ਹੈ, ਉਹ ਕਿਸੇ ਖਾਸ ਥਾਂ ਤੇ ਨਹੀਂ ਬੈਠਾ ਹੋਇਆ। ਅੱਗੇ ਤੁਸੀਂ ਦੇਖੋਗੇ ਜਾਪ ਸਾਹਿਬ ਦੀ ਬਾਣੀ ਬਹੁਤ ਵੱਡੀ ਹੈ, 199 ਛੰਦ ਨੇ। ਮੈਂ ਸਿਰਫ ਤੁਹਾਨੂੰ ਉਹਦਾ ਵੀ ਇੱਕ ਓਵਰਵਿਊ ਦੇਵਾਂਗਾ, ਪੰਛੀ ਝਾਤ ਦੇਵਾਂਗਾ, ਤਾਂ ਕਿ ਤੁਹਾਨੂੰ ਚੇਟਕ ਲੱਗ ਜਾਵੇ ਕਿ ਇਸ ਬਾਣੀ ਨੂੰ ਸਮਝੀਏ। ਇਸ ਛੋਟੇ ਜਿਹੇ ਸੈਸ਼ਨ ਦੇ ਵਿੱਚ ਮੈਂ ਇਸ ਨੂੰ ਸੰਪੂਰਨ ਨਹੀਂ ਕਰ ਪਾਵਾਂਗਾ। ਸਿਰਫ ਅਸੀਂ ਇੱਕ ਝਾਤ ਲੈਣੀ ਹੈ ਕਿ ਗੱਲ ਚੱਲਦੀ ਕੀ ਪਈ ਹੈ। ਗੱਲ ਇਹ ਚੱਲਦੀ ਪਈ ਹੈ ਕਿ ਗੁਰੂ ਪਿਤਾ ਜੀ ਅਕਾਲ ਪੁਰਖ ਦੇ ਗੁਣਾਂ ਦੇ ਦਰਸ਼ਨ ਕਰ ਰਹੇ ਨੇ ਔਰ ਉਸ ਨੂੰ ਬਿਆਨ ਕਰ ਰਹੇ ਨੇ। ਔਰ ਬਿਆਨ ਕਰਦਿਆਂ ਕਰਦਿਆਂ ਰੱਬ ਦੇ ਇੱਕ ਇੱਕ ਗੁਣ ਦੇ ਅੱਗੇ ਸ਼ਬਦ ਵਰਤਦੇ ਨੇ, ਨਮਸਤਵੰ ਨਮਸਤੰ। ਅਤੇ ਕਈ ਵਾਰ ਕੀ ਹੁੰਦਾ ਹੈ, ਇਹ ਸ਼ਬਦ ਨਮਸਤੰ ਅਲੋਪ ਹੋ ਕੇ ਕਿਹੜਾ ਸ਼ਬਦ ਆ ਜਾਂਦਾ ਹੈ? ਨਮੋ। ਨਮੋ ਦਾ ਮਤਲਬ ਵੀ ਹੈ ਨਮਸਕਾਰ, ਨਮਸਤੰ ਦਾ ਮਤਲਬ ਵੀ ਹੈ ਨਮਸਕਾਰ, ਨਮਸਤਵੰਗ ਦਾ ਮਤਲਬ ਵੀ ਹੈ ਨਮਸਕਾਰ। ਮੈਂ ਇਹਨੂੰ ਇੰਜ ਪੜ੍ਹਿਆ ਕਰਦਾ ਕਿ ਜਿਉਂ-ਜਿਉਂ ਅਕਾਲ ਪੁਰਖ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਤਿਗੁਰਾਂ ਨੂੰ ਆਪਣੇ ਗੁਣ ਤੇਜ਼ੀ ਨਾਲ ਬਿਆਨ ਕਰਨੇ ਸ਼ੁਰੂ ਕਰ ਦਿੰਦੇ ਨੇ, ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦੇ ਕੋਲ ਇੰਨਾ ਵਕਤ ਨਹੀਂ ਹੁੰਦਾ ਅਤੇ ਗੁਰੂ ਸਾਹਿਬ ਨਮਸਕਾਰ ਕਰਨ ਦੇ ਲਈ ਛੋਟਾ ਸ਼ਬਦ ਵਰਤ ਲੈਂਦੇ ਨੇ, ਨਮੋ ਸਰਬ ਕਾਲੇ ਨਮੋ ਸਰਬ ਦਿਆਲੇ। ਪਰਮਾਤਮਾ ਇੰਨਾ ਬੇਅੰਤ ਹੈ, ਉਹਨੂੰ ਮੌਤ ਨਹੀਂ ਆ ਸਕਦੀ, ਉਹ ਪਰ ਸਾਰਿਆਂ ਦੀ ਮੌਤ ਹੈ। ਸਰਬ ਕਾਲੇ, ਸਾਰਿਆਂ ਨੂੰ ਉਹ ਖਤਮ ਕਰ ਸਕਦਾ ਹੈ ਅਤੇ ਉਹ ਸਾਰਿਆਂ ਉੱਤੇ ਹੀ ਬਹੁਤ ਦਿਆਲੂ ਹੈ। ਨਮੋ ਸਰਬ ਦਿਆਲੇ। ਉਹਦਾ ਆਪਣਾ ਕੋਈ ਰੂਪ ਨਹੀਂ, ਪਰ ਸਾਰੇ ਰੂਪਾਂ ਦੇ ਵਿੱਚ ਆਪ ਹੀ ਵਿਰਾਜਮਾਨ ਹੈ। ਨਮੋ ਸਰਬ ਰੂਪੇ ਨਮੋ ਸਰਬ ਭੂਪੇ। ਉਹ ਪਰਮਾਤਮਾ ਸਾਰਿਆਂ ਦਾ ਵੱਡਾ ਰਾਜਾ ਹੈ। ਭੂਪਤ ਹੁੰਦਾ ਨਾ ਰਾਜਾ, ਭੂਪੇ ਜਿਹੜਾ ਰਾਜਿਆਂ ਦਾ ਰਾਜਾ ਹੈ। ਉੱਪਰ ਗੱਲ ਹੋਈ ਹੈ ਨਮੋ ਸਰਬ ਕਾਲੇ, ਸਾਰਿਆਂ ਨੂੰ ਖਤਮ ਕਰ ਸਕਦਾ ਹੈ। ਹੁਣ ਫਿਰ ਕਹਿੰਦੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ। ਉਹ ਪਰਮਾਤਮਾ ਸਾਰਿਆਂ ਨੂੰ ਅੱਖ ਦੇ ਫੋਰ 'ਚ ਖਤਮ ਕਰ ਸਕਦਾ ਹੈ। ਹੁਣ ਇਹ ਹੋ ਕੀ ਰਿਹਾ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਅੱਖਾਂ ਦੇ ਨਾਲ ਸਾਖਸ਼ਾਤ ਦਰਸ਼ਨ ਕਰ ਰਹੇ ਨੇ। ਕੀ ਜਿਹੜੀਆਂ ਵਿਗਿਆਨੀ ਦੱਸਦੇ ਨੇ ਨਾ ਕਿ ਗਲੈਕਸੀਆਂ ਅਲੋਪ ਹੋ ਜਾਂਦੀਆਂ ਨੇ, ਲੱਭਦੀਆਂ ਹੀ ਨਹੀਂ ਯੂਨੀਵਰਸ ਦੇ ਵਿੱਚੋਂ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਖਸ਼ਾਤ ਕੀ ਦੇਖਿਆ ਕਿ ਅਕਾਲ ਪੁਰਖ ਨੇ ਦਿਖਾਇਆ ਕਿ ਦੇਖ ਗੋਬਿੰਦ ਸਿੰਘ, ਆ ਕਿੱਡਾ ਵੱਡਾ ਬ੍ਰਹਿਮੰਡ ਨਜ਼ਰ ਆ ਰਿਹਾ ਨਾ, ਅਸੀਂ ਇਸ ਨੂੰ ਹੁਣ ਖਤਮ ਕਰਨ ਲੱਗੇ ਹਾਂ। ਬਸ ਇਸ਼ਾਰੇ ਦੇ ਵਿੱਚ
ਤਾਂ ਹੀ ਪਾਤਸ਼ਾਹ ਨੇ ਚੁਪਈ 'ਚ ਲਿਖਿਆ ਨਾ, जब उदकर्ख करा करतारा प्रजा धरत तब देह अपारा, जब आकर्ख करत हों कब हूँ तुम मैं मिलत देह तर साबू। परमात्मा दीयां दो ताकतां ने, एक ताकत है उदकर्ख दी, वो पैदा करता है, एक ताकत है इकट्ठा करन दी, आकर्ख वो इकट्ठा करता है। ते परमात्मा कदों भी किड्डे वड्डे खिलारे नूं अपनी मर्जी विच आए लपेट लैंदा है, जिस तरह कोई बजाजी की दुकान से कपड़ा सिट के मुड़ के वो दुकानदार थान इकट्ठा कर दिंदा ना। तो परमात्मा की एड्डी वड्डी ताकत है, वो किड्डे भी वड्डे ब्रह्मंड नूं अपनी मर्जी नाल जदों मर्जी लपेट लैंदा है तो जदों मर्जी उहनूं खोल दिंदा है। सो इत्थे गुरु गोबिंद सिंह पातशाह देख रहे ने कि परमात्मा नमो सर्ब खापे, ਵੱਡੇ ਸਾਰੇ ਬ੍ਰਹਿਮੰਡ ਨੂੰ ਸਤਿਗੁਰਾਂ ਨੇ ਚੁਟਕੀ ਦੇ ਖੇਡ 'ਚ ਖਤਮ ਕਰ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਖਤਮ ਹੁੰਦੇ ਦੇ ਸਾਖਸ਼ਾਤ ਦਰਸ਼ਨ ਕੀਤੇ, ਜਿਹੜੇ ਵਿਗਿਆਨੀ ਅੱਜ ਤੱਕ ਨਹੀਂ ਕਰ ਸਕਦੇ। ਕਹਿੰਦੇ ਜ਼ਰੂਰ ਨੇ ਕਿ ਇਹ ਗਲੈਕਸੀ ਦਿਸਦੀ ਸੀ ਪਰ ਪਤਾ ਨਹੀਂ ਕਿੱਥੇ ਚਲੀ ਗਈ, ਤੇ ਗੁਰੂ ਪਾਤਸ਼ਾਹ ਨੇ ਉਸ ਨੂੰ ਦੇਖਿਆ ਔਰ ਲਿਖ ਦਿੱਤਾ ਕਿ ਇਸ ਤਰ੍ਹਾਂ ਉਹ ਖਤਮ ਕਰਦਾ ਹੈ। ਜਦੋਂ ਪੈਦਾ ਕਰਦਾ ਹੈ ਨਮੋ ਸਰਬ ਥਾਪੇ, ਗਲੈਕਸੀ ਉਹ ਹੀ ਪੈਦਾ ਕਰ ਦਿੰਦਾ ਹੈ। ਸਾਰਿਆਂ ਦੀ ਮੌਤ ਹੈ, ਫਿਰ ਗੱਲ ਨੂੰ ਦੁਹਰਾਉਂਦੇ ਨੇ, ਕਿਉਂਕਿ ਇਹੋ ਜਿਹਾ ਇੰਸੀਡੈਂਟ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਕੀਤੇ, ਇੱਕਦਮ ਖਤਮ ਹੋਣ ਵਾਲਾ ਨਹੀਂ ਸੀ। ਗੱਲ ਬਾਰ-ਬਾਰ ਲਿਖ ਰਹੇ ਨੇ, ਉੱਪਰ ਵੀ ਲਿਖੀ 20ਵੇਂ ਛੰਦ ਵਿੱਚ ਫੇਰ ਮੋੜ ਕੇ ਲਿਖਦੇ ਨੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ। ਇਹ ਖਾਪੇ ਤੇ ਕਾਲੇ ਇੱਕੋ ਹੀ ਗੱਲ ਹੈ। ਗੁਰੂ ਸਾਹਿਬ ਦੀ ਨਿਗਾਹ ਖੜ ਗਈ ਅਕਾਲ ਪੁਰਖ ਦੇ ਐਡੇ ਵੱਡੇ ਕੰਮ ਉੱਤੇ। ਇਹ ਦੋ ਛੰਦਾਂ ਵਿੱਚ 3 ਵਾਰ ਉਸੇ ਗੱਲ ਨੂੰ ਫਿਰ ਕਹਿ ਦਿੰਦੇ ਨੇ ਕਿ ਰੱਬਾ ਤੂੰ ਧੰਨ ਹੈ, ਤੈਨੂੰ ਨਮਸਕਾਰ ਹੈ, ਤੂੰ ਇੰਨੀ ਛੇਤੀ ਖਤਮ ਕਰ ਦਿੰਦਾ ਹੈ, ਇੰਨੀ ਛੇਤੀ ਸੰਭਾਲ ਲੈਣਾ, ਪਾਲ ਲੈਣਾ, ਤੂੰ ਬਹੁਤ ਤਾਕਤਵਰ ਹੈ। ਨਮੋ ਸਰਬ ਕਾਲੇ ਨਮੋ ਸਰਬ ਪਾਲੇ। ਤੁਹਾਨੂੰ ਹੁਣੇ ਡਾਕਟਰ ਇੰਦਰਜੀਤ ਕੌਰ ਜੀ ਕੁਝ ਗੱਲਾਂ ਸਾਂਝੀਆਂ ਕਰ ਰਹੇ ਸਨ ਨਾ ਭਗਤ ਪੂਰਨ ਸਿੰਘ ਜੀ ਦੀਆਂ। ਭਗਤ ਜੀ ਦਾ ਰੱਬ ਤੇ ਕਿਉਂ ਵਿਸ਼ਵਾਸ ਸੀ? ਕਿਉਂਕਿ ਭਗਤ ਜੀ ਜਦੋਂ ਜਾਪ ਸਾਹਿਬ ਨੂੰ ਪੜ੍ਹਦੇ ਸਨ ਨਾ, ਜਦੋਂ ਗੁਰਬਾਣੀ ਨੂੰ ਪੜ੍ਹਦੇ ਸਨ ਤੇ ਸਾਖਸ਼ਾਤ ਉੱਦਾਂ ਹੀ ਪੜ੍ਹਦੇ ਸਨ ਜਿਸ ਤਰ੍ਹਾਂ ਗੁਰੂ ਪਿਤਾ ਜੀ ਨੇ ਹੁਕਮ ਕੀਤਾ ਹੈ। ਰੱਬ ਨੂੰ ਅੰਗ ਸੰਗ ਜਾਣ ਕੇ ਕਦੀ ਨਹੀਂ ਸਨ ਘਬਰਾਉਂਦੇ ਕਿ ਮੇਰੇ ਕੋਲੇ ਸਾਧਨ ਨਹੀਂ ਹਨ, ਮੈਂ ਕਿਸ ਤਰ੍ਹਾਂ ਸੇਵਾ ਕਰਾਂਗਾ ਪਿੰਗਲਿਆਂ ਦੀ, ਕਿਵੇਂ ਸੰਭਾਲਾਂਗਾ, ਕਿਉਂਕਿ ਪਰਮਾਤਮਾ ਦੇ ਉੱਤੇ ਇੱਕ ਅਟੁੱਟ ਵਿਸ਼ਵਾਸ ਸੀ। ਉਹ ਪਰਮਾਤਮਾ ਜਿਹੜਾ ਐਡੇ ਐਡੇ ਵੱਡੇ ਵੱਡੇ ਬ੍ਰਹਮੰਡਾਂ ਨੂੰ ਪੈਦਾ ਕਰਦਾ ਹੈ, ਪਾਲਦਾ ਹੈ, ਤੇ ਉਹ ਮੇਰੇ ਛੋਟੇ ਜਿਹੇ ਕੰਮ ਨੂੰ ਕਿਵੇਂ ਨਹੀਂ ਸੰਭਾਲੇਗਾ। ਇਹ ਨਿਸ਼ਚਾ ਅਸੀਂ ਵੀ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਆਪਣੇ ਅੰਦਰ ਪੈਦਾ ਕਰਨਾ ਹੈ। ਫਿਰ ਜਾਪ ਸਾਹਿਬ ਵਿੱਚ ਇੱਕ ਇਹੋ ਜਿਹਾ ਰੰਗ ਵੀ ਆਵੇਗਾ, ਗੁਰੂ ਸਾਹਿਬ ਨਮਸਤਵੰਗ ਨਮਸਤੰਗ ਨਮੋ ਦੀ ਵਰਤੋਂ ਕਰਦੇ ਨੇ। ਇੱਕ ਇਹੋ ਜਿਹਾ ਥਾਂ ਵੀ ਆਵੇਗਾ, ਇਹੋ ਜਿਹੇ ਛੰਦ ਵੀ ਆਉਣਗੇ ਕਿ ਗੁਰੂ ਸਾਹਿਬ ਇਹਨਾਂ ਸ਼ਬਦਾਂ ਦੀ ਵਰਤੋਂ ਬੰਦ ਕਰ ਦੇਣਗੇ। ਹੁਣ ਕੀ ਹੋਇਆ? ਪਰਮਾਤਮਾ ਨੇ ਆਪਣੇ ਗੁਣ ਹੋਰ ਤੇਜ਼ੀ ਨਾਲ ਦਿਖਾਉਣੇ ਸ਼ੁਰੂ ਕਰ ਦਿੱਤੇ ਤੇ ਹੁਣ ਦਸਮ ਪਿਤਾ ਜੀ ਕੋਲੇ ਇੰਨਾ ਵੀ ਵਕਤ ਨਹੀਂ ਕਿ ਨਮਸਕਾਰ ਵੀ ਕਹਿ ਦੇਣ, ਨਮੋ ਵੀ ਕਹਿ ਦੇਣ। ਤੇ ਫਿਰ ਪਤਾ ਕੀ ਕਰਦੇ ਹੈ? ਅਰੂਪ ਹੈ ਕੀ ਹੁੰਦਾ? ਵਿਸਮਾਦ। ਉਹ ਬੋਲੇ ਪਹਿਲਾਂ ਨਹੀਂ ਸੀ ਪਤਾ ਸਾਨੂੰ, ਕਿਸੇ ਗੱਲ ਤਾਂ ਹੁਣੇ ਪਤਾ ਲੱਗੀ, ਸਾਡੇ ਰੌਂਗਟੇ ਖੜੇ ਹੋ ਜਾਂਦੇ ਨੇ। ਹੈ ਤੇ ਹੁਣ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੀ ਇਹ ਅਵਸਥਾ ਹੈ ਕਿ ਰੱਬ ਆਪਣੇ ਗੁਣ ਦੱਸ ਰਹੇ ਨੇ ਤੇ ਸਾਡੇ ਦਸਮ ਪਿਤਾ ਜੀ ਕਹਿੰਦੇ ਰੱਬਾ ਹੈ ਤੂੰ ਇਹ ਵੀ ਹੈ, ਤੂੰ ਇਹ ਵੀ ਹੈ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ। ਇਹ ਗੁਰੂ ਸਾਹਿਬ ਦੀ ਵਿਸਮਾਦੀ ਅਵਸਥਾ ਹੈ ਕਿ ਰੱਬਾ ਤੇਰਾ ਕੋਈ ਰੂਪ ਹੀ ਨਹੀਂ, ਪਰ ਰੱਬ ਜੀ ਕਹਿੰਦੇ ਦੇਖ ਮੇਰਾ ਰੂਪ। ਫਿਰ ਇੱਕਦਮ ਕਹਿੰਦੇ ਨਹੀਂ ਤੂੰ ਤਾਂ ਬਹੁਤ ਸੋਹਣਾ ਹੈ, ਪਹਿਲਾਂ ਕਹਿੰਦੇ ਤੇਰਾ ਰੂਪ ਹੀ ਕੋਈ ਨਹੀਂ ਹੈ। ਰੱਬ ਚਾਵੇ ਤਾਂ ਉਹਦੇ ਬਹੁਤ ਰੂਪ ਨੇ, ਪਰ ਰੱਬ ਦਾ ਆਪਣਾ ਕੋਈ ਰੂਪ ਨਹੀਂ। ਰੱਬ ਸਾਰੇ ਰੂਪਾਂ 'ਚ ਵਿਰਾਜਮਾਨ ਹੈ ਪਰ ਬਹੁਤ ਸੋਹਣਾ ਹੈ। ਉਹਦਾ ਆਪਣਾ ਰੂਪ ਕੋਈ ਨਹੀਂ, ਪਰ ਉਹ ਬਹੁਤ ਸੋਹਣਾ ਸਰੂਪ ਵਾਲਾ ਹੈ ਜਿਹਨੂੰ ਸਾਰਿਆਂ ਵਿੱਚ ਉਹਦੀ ਇਲਮ ਆ ਜਾਵੇ, ਸਮਝ ਆ ਜਾਵੇ। ਫਿਰ ਕਹਿੰਦੇ ਅਜੂ ਹੁੰਦਾ, ਜੂ ਕਹਿੰਦੇ ਚੱਲਣਾ। ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਦੇਖਿਆ ਕਿ ਰੱਬ ਚੱਲਦਾ ਨਹੀਂ ਹੈ ਸਾਡੇ ਵਾਂਗੂ, ਉਹਦੇ ਪੈਰ ਨਹੀਂ ਹਨ। ਕਹਿੰਦੇ ਕਮਾਲ ਹੈ, ਤੂੰ ਹਰ ਥਾਂ ਜਾ ਕੇ ਕੰਮ ਕਰਦਾ ਹੈ ਪਰ ਤੈਨੂੰ ਤੁਰਨਾ ਹੀ ਨਹੀਂ ਪੈਂਦਾ। ਅਜੂ ਹੈ, ਤੂੰ ਹਰ ਥਾਂ ਤੇ ਪਹੁੰਚ ਜਾਣਾ ਹੈ ਪਰ ਤੂੰ ਇੱਕ ਕਦਮ ਵੀ ਨਹੀਂ ਪੁੱਟਦਾ। ਸਾਡੇ ਵਾਂਗੂ ਤੇਰੀ ਕਦਮ ਚਾਲ ਨਹੀਂ, ਪਰ ਤੂੰ ਹਰ ਥਾਂ ਤੇ ਪਹੁੰਚ ਜਾਣਾ ਹੈ। ਅਪੂ, ਤੇਰਾ ਜਨਮ ਨਹੀਂ ਹੋਇਆ,
ਸਾਡੇ ਵਾਂਗੂ ਤੂੰ ਜੰਮਿਆ ਨਹੀਂ ਹੈ, ਕਮਾਲ ਦਾ ਸੋਹਣਾ ਹੈ ਤੂੰ। ਤੇ ਇੱਕ ਇਦਾਂ ਦੇ ਛੰਦ ਵੀ ਆਉਣਗੇ ਜਿੱਥੇ ਹੁਣ ਮੂਰੇ ਨਮੋ ਵੀ ਨਹੀਂ ਹੈ, ਪਿੱਛੇ ਹੈ ਵੀ ਨਹੀਂ ਹੈ, ਇੱਥੇ ਕੀ ਹੈ ਕੇ ਇਹ ਹੈ ਦਾ ਇੱਕ ਦੂਸਰਾ ਰੂਪ ਹੈ ਪਛੇਤਰ ਵਰਤਿਆ ਜਾਂਦਾ, ਕੇ ਅਗੇਤਰ ਵਰਤਿਆ ਜਾਂਦਾ। ਰੱਬਾ ਤੂੰ ਇੰਨਾ ਬੇਅੰਤ ਹੈ, ਹੈਰਾਨੀ ਵਿੱਚ ਕੇ ਇਹ ਗੁਰੂ ਦੀ ਵਿਸਮਾਦੀ ਅਵਸਥਾ ਦੇਖੋ ਕਿ ਰੱਬ ਦੇ ਵਿੱਚ ਇੱਕ ਜੋਤ ਨੇ ਤੇ ਕੀ ਵੇਖਦੇ ਹੈ। ਦੁਨੀਆ ਦੇ ਦੇਸ਼, ਦੁਨੀਆ ਦੇ ਲੋਕ ਹਮਲੇ ਹੁੰਦੇ ਨੇ, ਟੁੱਟ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ, ਤੇ ਕਹਿੰਦੇ ਰੱਬਾ ਤੇਰਾ ਦੇਸ਼, ਕਿਉਂ ਰੱਬ ਦਾ ਵੀ ਕੋਈ ਦੇਸ਼ ਹੈ ਨਾ ਜਿੱਥੇ ਬੈਠ ਕੇ ਉਹ ਕਮਾਂਡ ਕਰਦਾ ਹੈ, ਸਾਰੀ ਕਾਇਨਾਤ ਵਿੱਚ ਬੈਠ ਕੇ ਕਮਾਂਡ ਕਰਦਾ ਹੈ। ਤੇ ਸਤਿਗੁਰ ਲਿਖਦੇ ਨੇ ਕਿ ਰੱਬਾ ਤੇਰਾ ਦੇਸ਼ ਤਾਂ ਅਭਿੱਜ ਹੈ। ਅਭਿੱਜ ਦਾ ਮਤਲਬ ਮੀਂਹ ਪੈਂਦਾ ਆਪਾਂ ਭਿੱਜ ਜਾਂਦੇ ਆ ਨਾ, ਕੁਛ ਬਾਹਰੋਂ ਛਿੱਟੇ ਪੈ ਗਏ ਸਾਡੇ ਤੇ ਪਰਮਾਤਮਾ ਦੇ ਲੋਕ, ਉਹਦਾ ਦੇਸ਼ ਉਹ ਅਭਿੱਜ ਹੈ, ਉਹਦਾ ਟੁੱਟਣਾ ਤਾਂ ਦੂਰ ਦੀ ਗੱਲ ਰਹੀ, ਉਹਦੇ ਉੱਤੇ ਕੋਈ ਪਾਣੀ ਦਾ ਛਿੱਟਾ ਵੀ ਨਹੀਂ ਪੈ ਸਕਦਾ। ਉਹ ਇਹੋ ਜਿਹਾ ਉਹਨੇ ਆਪਣੇ ਦੁਆਲੇ ਇਹੋ ਜਿਹੀ ਬਣਤਰ ਬਣਾਈ ਹੋਈ ਹੈ ਕਿ ਪਰਮਾਤਮਾ ਦਾ ਅਟਲ ਨਿਜ਼ਮ, ਉਹਦਾ ਇੱਕ ਦੇਸ਼ ਹੈ, ਉਹਦਾ ਲੋਕ ਹੈ, ਉਹਦੇ ਉੱਤੇ ਕਿਸੇ ਚੀਜ਼ ਦਾ, ਬਾਹਰੀ ਮੌਸਮ ਦਾ, ਕਿਸੇ ਹਮਲੇ ਦਾ ਪ੍ਰਭਾਵ ਨਹੀਂ ਪੈ ਸਕਦਾ ਕਿ ਆਪਿਜ ਲੋਕ ਹੈ। ਅੱਗੇ ਇੱਕ ਹੋਰ ਘਟਨਾ ਵਾਪਰਨ ਜਾ ਰਹੀ ਹੈ, ਜਿਸ ਤਰ੍ਹਾਂ ਅਸੀਂ ਪਿੱਛੇ ਦੇਖ ਕੇ ਆਏ ਹਾਂ ਨਾ ਕਿ ਨਮੋ ਸਰਬ ਖਾਪੇ, ਸਾਰਿਆਂ ਨੂੰ ਖਤਮ ਕਰ ਦਿੰਦਾ ਹੈ। ਹੁਣ ਕੀ ਹੋਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀ ਦੇਖਿਆ, ਇੱਕ ਤਾਰਾ, ਸੂਰਜ ਇੱਕ ਤਾਰਾ ਨਾ, ਇੱਦਾਂ ਦੇ ਬਹੁਤ ਤਾਰੇ ਨੇ, ਬਿਲੀਅਨਸ ਆਫ ਸਟਾਰ ਨੇ। ਪਰਮਾਤਮਾ ਨੇ ਕਿਹਾ ਦੇਖ ਗੋਬਿੰਦ ਸਿੰਘ ਉਹ ਕਿੱਡਾ ਤਾਰਾ, ਇਹਨੂੰ ਖਤਮ ਕਰ ਦਈਏ, ਇਹਦਾ ਕਾਲ ਆ ਗਿਆ, ਇਹਦਾ ਸਮਾਂ ਖਤਮ ਹੋ ਗਿਆ। ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਜੀਆਂ ਦੇ ਅੱਖਾਂ ਦੇ ਸਾਹਮਣੇ ਉਸ ਸੂਰਜ ਨੂੰ ਖਤਮ ਕਰ ਦਿੱਤਾ ਤੇ ਸਾਹਿਬ ਦੀ ਕਲਮ ਬੋਲ ਉੱਠੀ ਕਿ ਹੈ ਰੱਬਾ ਆਦਿਤ ਸੋ ਕਹਿ। ਆਦਿਤ ਹੁੰਦਾ ਸੂਰਜ ਤਾਰਾ, ਤੇ ਗੁਰੂ ਸਾਹਿਬ ਕਹਿੰਦੇ ਰੱਬਾ ਤੂੰ ਧੰਨ ਹੈ, ਐਡੇ ਪ੍ਰਕਾਸ਼ ਨੂੰ ਤੂੰ 1 ਮਿੰਟ ਵਿੱਚ ਖਤਮ ਕਰ ਦਿੱਤਾ, ਕਮਾਲ ਹੈ, ਧੰਨ ਹੈ। ਬੇਟਾ ਜੀ ਇਹ ਪਰਮਾਤਮਾ ਦੀਆਂ ਤਾਕਤਾਂ ਨੂੰ ਆਪਣੇ ਅੰਦਰ ਇਕੱਤਰ ਕਰਨਾ ਹੈ। ਤੁਸੀਂ ਦੁਨੀਆ ਦੇ ਨਹੀਂ ਬ੍ਰਹਿਮੰਡ ਦੇ ਬਾਦਸ਼ਾਹ ਬਣ ਜਾਵੋਗੇ, ਕਿਉਂਕਿ ਬਾਦਸ਼ਾਹ ਨਾਲ ਇੱਕ ਸੁਰ ਹੋ ਜਾਵੋਗੇ। ਤੁਹਾਡੀ ਸਾਂਝ ਉੱਥੇ ਪੈਣੀ ਹੈ, ਉਸ ਤਖਤ ਨਾਲ ਪੈਣੀ ਹੈ, ਉਸ ਹਕੂਮਤ ਦੇ ਨਾਲ ਸਾਂਝ ਪਾਉਣੀ ਹੈ ਜਿਸ ਹਕੂਮਤ ਦਾ ਬਾਦਸ਼ਾਹ ਜਦੋਂ ਚਾਹੁੰਦਾ ਹੈ ਸੂਰਜ ਵਰਗੇ ਤਾਕਤਵਰ ਤਾਰਿਆਂ ਨੂੰ ਇੱਕਦਮ ਖਤਮ ਕਰ ਦਿੰਦਾ, ਸੁਕਾ ਕੇ ਨਾਸ਼ ਕਰ ਦਿੰਦਾ। ਰੱਬਾ ਕੇ ਆਦਿਤ ਸੋ ਕਹਿ ਕੇ ਅਵਧੂਤ ਬਰਨੈ ਕੇ ਬੈਭੂਤ ਕਰਨੈ। ਅਵਧੂਤ ਹੁੰਦਾ ਜਿਹਨੂੰ ਕੋਈ ਮੋਹ ਨਹੀਂ, ਮਾਇਆ ਅਸਰ ਨਹੀਂ ਕਰ ਸਕਦੀ। ਤੁਸੀਂ ਸੁਣਿਆ ਹੋਣਾ ਵੀ ਇਹ ਅਵਧੂਤ ਸਾਧੂ ਹੈ, ਇਹ ਸਾਧੂ ਨੇ ਮਾਇਆ ਤਿਆਗ ਦਿੱਤੀ ਹੈ, ਮੋਹ ਤਿਆਗ ਦਿੱਤਾ ਹੈ, ਇਹਨੂੰ ਕਿਸੇ ਨਾਲ ਮੋਹ ਨਹੀਂ ਹੈ, ਰੱਬ ਨੂੰ ਕਿਸੇ ਨਾਲ ਮੋਹ ਨਹੀਂ ਹੈ। ਰੱਬ ਨਿਰਲੇਪ ਹੈ ਪਰ ਸਾਰਿਆਂ ਦੀ ਸੰਭਾਲ ਕਰਦਾ ਹੈ। ਕੇ ਬੈਭੂਤ ਕਰਨਾ, ਹੇ ਰੱਬਾ ਤੇਰਾ ਪ੍ਰਤਾਪ ਕਿੰਨਾ ਹੈ। ਆਪਾਂ ਕਹਿੰਦੇ ਬਹੁਤ ਤੇਜਸਵੀ ਰਾਜਾ ਹੈ, ਬਹੁਤ ਪ੍ਰਤਾਪੀ ਰਾਜਾ ਹੈ, ਤਾਕਤ ਬਹੁਤ ਰੱਖਦਾ ਹੈ ਪਰਮਾਤਮਾ, ਤੂੰ ਬਹੁਤ ਪ੍ਰਤਾਪੀ ਹੈ। ਬੈਭੂਤ ਹੁੰਦਾ ਪ੍ਰਤਾਪ, ਕਿਉਂਕਿ ਤੂੰ ਸੂਰਜਾਂ ਵਰਗੇ ਤਾਰਿਆਂ ਨੂੰ ਸੁਕਾ ਦਿੰਦਾ ਹੈ, ਤੂੰ ਬ੍ਰਹਿਮੰਡ ਦੇ ਬ੍ਰਹਿਮੰਡ ਖਤਮ ਕਰ ਸਕਦਾ ਹੈ। ਰੱਬਾ ਤੂੰ ਧੰਨ ਹੈ। ਹੁਣ ਰੱਬ ਦੀ ਤੇ ਗੁਰੂ ਸਾਹਿਬ ਦੀ ਆਪਸੀ ਦੋਨਾਂ ਦੀ ਇੱਕ ਦ੍ਰਿਸ਼ਟਮਾਨ ਹੈ ਪਰਮਾਤਮਾ ਗੁਰੂ ਸਾਹਿਬ ਦੇ ਸਾਹਮਣੇ, ਤੇ ਗੁਰੂ ਸਾਹਿਬ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਵਿਸਮਾਦੀ ਰੰਗ ਵਿੱਚ ਬਿਆਨ ਕਰਦੇ ਤੁਰੇ ਜਾ ਰਹੇ ਨੇ। ਹੁਣ ਇਹ ਵੀ ਛੰਦ ਆਉਣਗੇ, ਹੁਣ ਕੇ ਕਹਿਣ ਦਾ ਵਕਤ ਵੀ ਨਹੀਂ ਤੇ ਹੈ ਦਾ ਵਕਤ ਵੀ ਨਹੀਂ। ਦੇਖੋ ਇਹ ਕਿਆ ਕਮਾਲ ਦੀ ਅਵਸਥਾ ਹੈ। ਗੱਲ ਕਿੰਨੇ ਪਿਆਰ ਨਾਲ ਠਰਮੇ ਨਾਲ ਸ਼ੁਰੂ ਕੀਤੀ ਸੀ, ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਪੈਰ ਚੋਂ ਵਾਹਵਾ ਨਿਕਲਿਆ ਨਮਸਤੰਗ ਅਗੰਜੇ ਨਮਸਤੰਗ ਅਪੰਜੇ। ਨਮਸਤੰਗ ਤੋਂ 2 ਸ਼ਬਦ ਹੋ ਗਏ, ਨਮੋ ਕਾਲ ਕਾਲੇ, ਮੌਤ ਦੀ ਮੌਤ ਹੈ, ਤੇ ਆ ਗਏ ਅਰੂਪ ਹੈ ਅਨੂਪ ਹੈ ਛੁਟਿਆ ਕੇ ਆਦਿਤ ਸੋ ਕੇ।
ਹੁਣ ਕੇ ਕਹਿਣ ਦਾ ਵਕਤ ਵੀ ਨਾ ਰਹਿ ਗਿਆ ਤੇ ਹੈ ਕਹਿਣ ਦਾ ਵਕਤ ਵੀ ਨਾ ਰਹਿ ਗਿਆ। ਰੱਬ ਨੇ ਆਪਣੀ ਗੁਣਾਂ ਦੀ ਰੀਲ ਹੋਰ ਤੇਜ਼ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਸ਼ ਅਸ਼ ਕਰ ਉੱਠੇ। ਕਹਿੰਦੇ ਹੁਣ ਮੈਂ ਕੇ ਕਹਿਣ ਦਾ ਵਕਤ ਵੀ ਨਹੀਂ, ਹੈ ਵੀ ਨਹੀਂ, ਹੁਣ ਤਾਂ ਤੇਰੇ ਗੁਣ ਹੀ ਨੇ। ਅਜੈ ਅਲੈ ਅਭੈ ਅਬੈ ਆਪੂ ਆਜੂ ਅਨਾਸ ਆਕਾਸ। ਅਜੈ ਕੀ ਹੁੰਦਾ? ਜਿਹਨੂੰ ਜਿੱਤਿਆ ਨਾ ਜਾ ਸਕੇ। ਅਲੈ ਕੀ ਹੁੰਦਾ? ਜਿਹਦਾ ਕੋਈ ਨਾਸ਼ ਨਾ ਕਰ ਸਕੇ। ਅਭੈ ਕੀ ਹੁੰਦਾ? ਜਿਹਨੂੰ ਕੋਈ ਡਰ ਨਾ ਹੋਵੇ। ਅਬੈ ਕੀ ਹੁੰਦਾ? ਜਿਹਨੂੰ ਮੌਤ ਨਾ ਆ ਸਕੇ। ਅਲੈ ਤੇ ਅਬੈ ਇਹ ਦੋਨੋਂ ਸਿਨੋਨਿਮਸ ਨੇ। ਅਲੈ ਦਾ ਮਤਲਬ ਵੀ ਇਹੀ ਹੈ ਕਿ ਉਹ ਨਾਸ਼ ਨਹੀਂ ਹੋ ਸਕਦਾ ਤੇ ਅਬੈ ਦਾ ਮਤਲਬ ਵੀ ਇਹੀ ਹੈ ਕਿ ਉਹ ਨਾਸ਼ ਨਹੀਂ ਹੋ ਸਕਦਾ। ਆਪੂ ਆਜੂ, ਆਪੂ ਉਹ ਸਾਡੇ ਵਾਂਗੂ ਪੈਦਾ ਨਹੀਂ ਹੋਇਆ। ਅਜੂ ਪਿੱਛੇ ਕਰ ਆਏ ਆ ਗੱਲ ਕਿ ਉਹ ਚੱਲਦਾ ਨਹੀਂ, ਉਹਨੂੰ ਚੱਲਣਾ ਨਹੀਂ ਪੈਂਦਾ। ਅਨਾਸ ਦਾ ਮਤਲਬ ਉਹੀ ਹੈ ਜੋ ਮਤਲਬ ਅਲੈ ਤੇ ਅਬੈ ਦਾ ਹੈ। ਤੁਸੀਂ ਦੇਖੋਗੇ ਤੁਹਾਡੀ ਵੋਕੈਬਲਰੀ ਜਾਪ ਸਾਹਿਬ ਬਹੁਤ ਸਟਰੋਂਗ ਕਰੇਗਾ। ਬਹੁਤ ਸਾਰੇ ਸਿਨੋਨਿਮਸ ਗੁਰੂ ਸਾਹਿਬ ਨੇ ਵਰਤੇ ਨੇ ਇੱਕੋ ਗੁਣ ਨੂੰ ਬਿਆਨ ਕਰਨ ਵਾਸਤੇ, ਵੱਖ-ਵੱਖ ਸ਼ਬਦ। ਪਰਮਾਤਮਾ ਤੈਨੂੰ ਕੋਈ ਖਤਮ ਨਹੀਂ ਕਰ ਸਕਦਾ, ਤੂੰ ਅਲੈ ਹੈ। ਪਰਮਾਤਮਾ ਤੈਨੂੰ ਮੌਤ ਨਹੀਂ ਆਉਂਦੀ, ਤੂੰ ਅਬੈ ਹੈ। ਪਰਮਾਤਮਾ ਤੇਰਾ ਵਿਨਾਸ਼ ਨਹੀਂ ਹੋ ਸਕਦਾ, ਅਨਾਸ। ਆਕਾਸ਼, ਆਕਾਸ਼ ਦਾ ਭਾਵ ਹੈ ਆਕਾਸ਼ ਦੀ ਤਰ੍ਹਾਂ ਸਾਰੇ ਪਾਸੇ ਪਸਰਿਆ ਹੋਇਆ ਹੈ। ਸਮਾਪਤੀ ਕਿਵੇਂ ਕਰਦੇ ਨੇ? ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ, ਸੋ ਅੰਭਵ ਸੋ ਭੰਗ ਸਰਬਦਾ ਸਰਬ ਜੁਗਤੇ, ਦੋ ਕਾਲੰ ਪਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬੈਪੂਤੇ। ਗੱਲ ਕਿਵੇਂ ਮੁਦਾਵਣੀ ਕਿਵੇਂ ਲਗਾਉਂਦੇ ਨੇ, ਗੁੰਦਦੇ ਕਿਵੇਂ ਨੇ? ਪਰਮਾਤਮਾ ਤੇਰਾ ਚਤਰ ਚੱਕਰਵਰਤੀ, 4 ਘੰਟਾਂ ਵਿੱਚ ਤੂੰ ਵਰਤ ਰਿਹਾ ਹੈ। ਚਤਰ ਚੱਕਰ ਭੁਗਤੇ, ਆਪ ਹੀ ਰਾਜ ਕਰ ਰਹੇ ਹੈ, ਆਪ ਹੀ ਇਸ ਸ੍ਰਿਸ਼ਟੀ ਨੂੰ ਭੋਗ ਰਿਹਾ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ। ਸੋ ਅੰਭਵ ਸੋ ਭੰਗ ਤੇ ਸਾਰੇ ਪਾਸੇ ਰਚਿਆ ਮਿਚਿਆ ਹੋਇਆ ਹੈ। ਸਰਬਦਾ ਸਰਬ ਜੁਗ ਤੇ, ਦੁਕਾਲੰ ਜਨਮ ਤੇ ਮਰਨ ਖਤਮ ਕਰਨ ਵਾਲਾ ਹੈ। ਦੋ ਕਾਲੰ ਪਰਣਾਸੀ ਦਇਆ ਦਾ ਸਰੂਪ ਹੈ। ਦਇਆਲੰ ਸਰੂਪੇ, ਮੈਨੂੰ ਕੋਈ ਫਿਕਰ ਨਹੀਂ ਕਿਉਂਕਿ ਤੂੰ ਮੇਰਾ ਬਾਡੀਗਾਰਡ ਹੈ, ਮੇਰਾ ਅੰਗ ਰੱਖਿਅਕ ਹੈ, ਮੇਰੇ ਆਲੇ ਦੁਆਲੇ ਹੈ, ਸਦਾ ਸਹਾਇਕ ਹੈ। ਸਦਾ ਅੰਗ ਸੰਗੇ ਅਪੰਗੰ ਬੈਪੂਤੇ। ਇਸ ਚੋਟ ਦੇ ਉੱਤੇ ਜਾਪ ਸਾਹਿਬ ਨੂੰ ਪੜ੍ਹਨਾ ਹੈ ਕਿ ਇੰਜ ਪੜ੍ਹਨਾ ਹੈ ਕਿ ਤੁਸੀਂ ਸੱਚਮੁੱਚ ਰੱਬ ਨੂੰ ਦੇਖ ਰਹੇ ਹੋ। ਵਿਸ਼ਵਾਸ ਕਰਿਓ, ਇੱਦੋਂ ਪੜ੍ਹੋਗੇ ਤਾਂ ਰੱਬ ਤੁਹਾਡੇ ਸਾਹਮਣੇ ਵੀ ਆ ਕੇ ਉੱਦਾਂ ਹੀ ਖੜਾ ਹੋ ਜਾਵੇਗਾ ਜਿੱਦਾਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਖੜਾ ਹੈ। ਇਹ ਵਿਸ਼ਵਾਸ ਹੈ ਸਿੱਖ ਦਾ ਬਾਣੀ ਦੇ ਉੱਤੇ, ਕਿਉਂਕਿ ਬਾਬਾ ਜੀ ਆਪਣੀ ਕਲਮ ਨਾਲ ਲਿਖ ਗਏ ਨੇ ਕਿ ਮੈਂ ਸਿੱਖ ਨੂੰ ਆਪਣੇ ਪੱਧਰ ਤੇ ਚੱਕ ਲੈਣਾ ਹੈ। ਗੁਰਬਾਣੀ ਬਣੀਏ, ਤੁਸੀਂ ਗੁਰਬਾਣੀ ਬਣ ਸਕਦੇ ਹੋ। 5 ਪਿਆਰਿਆਂ ਨੂੰ ਗੁਰੂ ਪਿਤਾ ਜੀ ਨੇ ਆਪਣੇ ਪੱਧਰ ਤੇ ਚੱਕਿਆ, ਉਸ ਤੋਂ ਬਾਅਦ ਬੇਅੰਤ ਸਿੰਘਾਂ ਨੂੰ ਆਪਣੇ ਪੱਧਰ ਤੇ ਚੱਕਿਆ। ਇਹ ਗੱਲ ਵੱਖਰੀ ਹੈ ਕਿ ਉਹ ਗੁਰੂ ਨਹੀਂ ਸਨ, ਪਰ ਗੁਰੂ ਪਿਤਾ ਜੀ ਨੇ ਆਪਣੇ ਸਿੱਖਾਂ ਤੇ ਆਪਣੀਆਂ ਤਾਕਤਾਂ ਵਿੱਚ ਕੋਈ ਫਰਕ ਨਹੀਂ ਰੱਖਿਆ ਔਰ ਮੋਹਰ ਲਾ ਕੇ ਲਿਖਿਆ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਦੇਖੋ ਸਾਰਾ ਕਹਿੰਦੇ ਨੇ, ਇਹ ਨਹੀਂ ਕੋਈ ਪਾਰਸ਼ੀਅਲ, ਕੋਈ ਉਹਦਾ ਹਿੱਸਾ। ਕਹਿੰਦੇ ਜਦੋਂ ਤੱਕ ਮੇਰਾ ਸਿੱਖ ਨਿਆਰਾ ਰਹੇਗਾ ਮੈਂ ਆਪਣੀਆਂ ਸਾਰੀਆਂ ਤਾਕਤਾਂ ਉਹਦੇ ਤੋਂ ਕੁਰਬਾਨ ਕਰ ਦੇਵਾਂਗਾ। ਖਾਲਸਾ ਮੇਰੀ ਜਾਨ ਕੀ ਜਾਨ, ਮੇਰੀ ਜਾਨ ਹੈ, ਮੇਰੇ ਪ੍ਰਾਣ ਨੇ। ਗੁਰੂ ਪਿਤਾ ਕਹਿੰਦੇ ਖਾਲਸਾ ਮੇਰੀ ਜਿੰਦ ਜਾਨ ਹੈ, ਮੇਰੇ ਪ੍ਰਾਣ ਨੇ, ਮੇਰੇ ਸਾਹ ਨੇ, ਮੇਰੀ ਹੋਂਦ ਹੀ ਖਾਲਸੇ ਕਰਕੇ ਹੈ। ਤੇ ਮੈਂ ਆਪਣੀਆਂ ਸਾਰੀਆਂ ਤਾਕਤਾਂ ਖਾਲਸੇ ਵਾਸਤੇ ਰਾਖਵੀਆਂ ਰੱਖੀਆਂ ਹੋਈਆਂ। पर जब ए गए हैं विप्रन की रीत, मैं ना करूं इनकी प्रतीत। पर जदों ये ब्राह्मणां दियां अखौती विद्वानां दियां कर्मकांडां मगर लग गया, श्राद्ध करन लग गया, कर्मकांड करन लग गया, अखौती देवी देवतियां की पूजा करन लग गया, मैं फिर इहदे नाल नहीं चलांगा, क्योंकि मैं किसी देवी देवते नूं नहीं मनदा, मैं सिर्फ एक परमात्मा नूं मनदा जिन्हें बेअंत देवी देवतियां नूं पैदा कीता, जिहड़ा उन्हां नूं भी दिंदा है। जाप दी बाणी तो बाद पातशाह प्रवेश कर जाते हैं साढ़े नितनेम की तीसरी बाणी विच।
ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ। ਹੁਣ ਇਹ ਬਾਣੀ ਕੀ ਹੈ? ਇਹ ਸ਼ਖਸੀਅਤ ਦੀ ਘਾੜਤ ਨੂੰ ਇੱਕ ਨਵੀਂ ਦਿਸ਼ਾ ਦਿੰਦੀ ਹੈ ਤੇ ਇਹ ਦੱਸਦੀ ਹੈ ਕਿ ਦੁਨੀਆ ਉੱਤੇ ਤੁਸੀਂ ਕੁਝ ਵੀ ਬਣ ਜਾਓ ਘਾੜਤ ਘੜ ਕੇ, ਗੁਣਾਂ ਨੂੰ ਗ੍ਰਹਿਣ ਕਰਕੇ, ਪਰ ਅੰਤ ਨੂੰ ਤੁਸੀਂ ਕੀ ਹੋਵੋਗੇ? ਪਾਤਸ਼ਾਹ ਕਹਿੰਦੇ ਮਾਨਵ ਇੰਦਰ ਮਨੁੱਖਾਂ ਦਾ ਰਾਜਾ ਬਣ ਜਾ, ਗਜਿੰਦਰ ਹਾਥੀਆਂ ਦਾ ਰਾਜਾ ਬਣ ਜਾ, ਨਰਾਤਬ ਬਹੁਤ ਵੱਡਾ ਰਾਜਾ ਬਣ ਜਾ, ਤੇਰੇ ਰਾਜ ਵਿੱਚ ਬਹੁਤ ਹਾਥੀ ਘੋੜੇ ਮਨੁੱਖ, ਤੇ ਇਹ ਛੱਡ ਤੂੰ ਤਰਲੋਕੀ ਦਾ ਰਾਜ ਲੈ ਲੈ, ਜੌਨ ਤਰਲੋਕ ਕੋ ਰਾਜ ਕरेंगे, ਵੱਡੇ ਸਾਰੇ ਬ੍ਰਹਿਮੰਡ ਦਾ ਮਾਲਕ ਬਣ ਜਾ, ਤੇ ਫਿਰ ਤੂੰ ਬਹੁਤ ਸਾਰੇ ਇਸ਼ਨਾਨ ਕਰ, ਤੀਰਥਾਂ ਤੇ ਜਾ, ਕੋਟ ਇਸ਼ਨਾਨ ਗਜਾਦਿਕ ਦਾਨ, ਕਰੋੜਾਂ ਤੀਰਥ ਨਹਾ ਲੈ, ਹਾਥੀਆਂ ਦੇ ਦਾਨ ਕਰ ਲੈ, ਮਤਲਬ ਤੂੰ ਬਹੁਤ ਵੱਡਾ ਦਾਨੀ ਬਣ ਜਾ। ਪਹਿਲੀ ਪੰਕਤੀ ਵਿੱਚ ਦੱਸਿਆ ਕਿ ਤੂੰ ਰਾਜਾ ਬਣ ਜਾ ਬਹੁਤ ਵੱਡਾ, ਦੂਜੀ ਪੰਕਤੀ ਵਿੱਚ ਦੱਸਿਆ ਤੂੰ ਬਹੁਤ ਦਾਨੀ ਬਣ ਜਾ, ਤੇ ਅਨੇਕ ਸਵੰਬਰ ਸਾਜ ਬਰੇਂਗੇ, ਤੇ ਸਵੰਬਰ ਰਚ ਰਚ ਕੇ ਆਪਣੇ ਜਿਵੇਂ ਮਰਜ਼ੀ ਵਿਆਹ ਕਰ ਲੈ। ਇਹ ਵੀ ਛੱਡ, ਤੂੰ ਬ੍ਰਹਮਾ ਬਣ ਜਾ, ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ, ਬ੍ਰਹਮਾ ਬਣ ਜਾ, ਮਹੇਸ਼ਰ ਹੁੰਦਾ ਸ਼ਿਵ ਜੀ, ਤੂੰ ਸ਼ਿਵ ਜੀ ਬਣ ਜਾ। ਮਤਲਬ ਕਿ ਇੰਨੀ ਤਪੱਸਿਆ ਕਰ ਲੈ ਕਿ ਜਿਸ ਤਰ੍ਹਾਂ ਦੱਸਦੇ ਨੇ ਇਤਿਹਾਸ ਵਿੱਚ ਕਿ ਸ਼ਿਵ ਜੀ ਕੋਲੇ ਇਹ ਤਾਕਤਾਂ ਨੇ ਖਤਮ ਕਰ ਦੇਣ ਦੀਆਂ, ਤੂੰ ਓਡੀਆਂ ਤਾਕਤਾਂ ਵੀ ਹਾਸਲ ਕਰ ਲੈ। ਵਿਸ਼ਨੂੰ ਬਣ ਜਾ, ਸੱਚੀ ਪਤ ਹੁੰਦਾ, ਕੀ ਹੁੰਦਾ ਸੱਚੀ ਪਤ ਜੀ? ਸੱਚੀ ਇੱਕ ਔਰਤ ਦਾ ਨਾਮ ਹੈ, ਪਤ ਹੁੰਦਾ ਉਹਦਾ ਪਤੀ, ਇੰਦਰ ਦੀ ਘਰਵਾਲੀ ਦਾ ਨਾਮ ਹੈ ਸੱਚੀ। ਗੁਰੂ ਸਾਹਿਬ ਕਹਿੰਦੇ ਸੱਚੀ ਦਾ ਪਤੀ ਬਣ ਜਾ, ਸੱਚੀ ਪਤ ਬਣ ਜਾ, ਇੰਦਰ ਬਣ ਜਾ। ਦੇਖੋ ਇਹ ਚਾਰ ਵੱਡੇ ਦੇਵਤੇ ਨੇ। ਗੁਰੂ ਸਾਹਿਬ ਕਹਿੰਦੇ ਤੂੰ ਮਿਹਨਤ ਕਰਕੇ ਬ੍ਰਹਮਾ ਬਣ ਸਕਦਾ ਹੈ, ਸ਼ਿਵ ਜੀ ਬਣ ਸਕਦਾ ਹੈ, ਵਿਸ਼ਨੂੰ ਬਣ ਸਕਦਾ ਹੈ, ਤੇ ਇੰਦਰ ਬਣ ਸਕਦਾ ਹੈ। ਤੇ ਇਹ ਵੀ ਦੱਸਦੇ ਨੇ ਅਨੇਕਾਂ ਹੀ ਇੰਦਰ ਨੇ, ਅਨੇਕਾਂ ਹੀ ਬ੍ਰਹਮਾ ਨੇ, ਅਨੇਕਾਂ ਹੀ ਸ਼ਿਵ ਜੀ ਨੇ, ਤੇ ਤੂੰ ਵੀ ਬਣ ਸਕਦਾ ਹੈ। ਪਰ ਅੰਤ ਨੂੰ ਕੀ ਹੋਊਗਾ? ਅੰਤ ਫਸੇ ਜਮ ਫਾਸ ਪਰੇਂਗੇ, ਇਹ ਸਾਰਿਆਂ ਨੂੰ ਹੀ ਜਮ ਨੇ ਫੜ ਲੈਣਾ, ਭਾਵੇਂ ਬ੍ਰਹਮਾ ਹੋਵੇ, ਮਹੇਸ਼ਰ ਹੋਵੇ, ਵਿਸ਼ਨ ਹੋਵੇ, ਸੱਚੀ ਪਤ ਹੋਵੇ, ਕਿਉਂਕਿ ਇਹ ਸਾਰੇ ਰੱਬ ਦੇ ਹੁਕਮ ਦੇ ਵਿੱਚ ਇਹ ਵੀ ਇੱਕ ਤਰ੍ਹਾਂ ਦੀਆਂ ਜੂਨਾਂ ਨੇ। ਅੱਗੇ ਕੀ ਕਹਿੰਦੇ? ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ, ਜਿਹੜਾ ਮਨੁੱਖ ਪਰਮਾਤਮਾ ਦੇ ਪੈਰਾਂ ਨੂੰ ਫੜ ਲਵੇ, ਤੇ ਨਰ ਫੇਰ ਨਾ ਦੇ ਧਰੇਂਗੇ, ਉਹ ਮਨੁੱਖ ਆਵਾਗਾਉਣ ਤੋਂ ਮੁਕਤ ਹੁੰਦਾ ਹੈ, ਜਿਹੜਾ ਇਹ ਵੱਡੀਆਂ ਵੱਡੀਆਂ ਤਾਕਤਾਂ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਜਿਵੇਂ ਆਪਾਂ ਜਪਜੀ ਚ ਪੜ੍ਹ ਆਏ ਆ ਨਾ, ਰਿੱਧ ਸਿੱਧ ਅਵਰਾ ਸਾਧ, ਇਹ ਦੂਸਰਿਆਂ ਦਾ ਸਵਾਦ ਹੈ। ਜਦੋਂ ਅਸੀਂ ਭਗਤੀ ਕਰਦੇ ਹਾਂ, ਗੁਰੂ ਪਿਤਾ ਜੀ ਕਹਿੰਦੇ ਤੁਹਾਡੇ ਕੋਲੇ ਤਾਕਤਾਂ ਚੱਲ ਕੇ ਆਉਣਗੀਆਂ, ਤੇ ਉਹਨਾਂ ਨੂੰ ਕਹਿਣਾ ਮੈਨੂੰ ਇਹ ਤਾਕਤਾਂ ਨਹੀਂ ਚਾਹੀਦੀਆਂ, ਮੈਨੂੰ ਤਾਂ ਬਸ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮਾਤਮਾ ਨਜ਼ਰ ਆਉਣਾ ਚਾਹੀਦਾ ਹੈ। ਫਿਰ ਕਹਿੰਦੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਅੱਖਾਂ ਬੰਦ ਕਰਕੇ ਸਮਾਧੀਆਂ ਲਾ ਕੇ ਬੈਠ ਜਾ। ਤਾਂ ਕੀ ਹੋਇਆ? ਬੈਠ ਰਹਿਓ ਬਕ ਧਿਆਨ ਲਗਾਇਓ, ਬਗਲੇ ਵਾਂਗੂ ਧਿਆਨ ਲਾ ਕੇ ਬਹਿ ਜਾ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਸੱਤਾਂ ਸਮੁੰਦਰਾਂ ਤੇ ਜਾ ਕੇ ਇਸ਼ਨਾਨ ਕਰਿਆ, ਤੀਰਥਾਂ ਤੇ ਘੁੰਮਿਆ, ਤੇ ਕੀ ਗਿਆ? ਪਿਤਾ ਜੀ ਕਹਿੰਦੇ ਤੀਰਥਾਂ ਦਾ ਭਰਮਣ ਇਦਾਂ ਹੈ ਕਿ ਆਪਣਾ ਜਨਮ ਗਵਾ ਲੈਣਾ। ਲੋਕ ਗਇਓ ਪਰ ਲੋਕ ਗਵਾਇਓ। ਗੁਰੂ ਸਾਹਿਬ ਇਸ ਬਾਣੀ ਵਿੱਚ ਤੀਰਥਾਂ ਦੇ ਇਸ਼ਨਾਨ ਨੂੰ ਮੁਕੰਮਲ ਤੌਰ ਤੇ ਰੱਦ ਕਰ ਰਹੇ ਨੇ ਕਿ ਤੀਰਥਾਂ ਦੇ ਇਸ਼ਨਾਨ ਨਾਲ ਗੱਲ ਨਹੀਂ ਬਣਨੀ। ਤੇ ਦੂਜੇ ਪਾਸੇ ਤੀਰਥਾਂ ਦਾ ਇਸ਼ਨਾਨ ਛੱਡ ਕੇ ਮਾਇਆ ਦੇ ਵਿੱਚ, ਮਾਇਆ ਦੇ ਰੰਗ ਵਿੱਚ ਵੀ ਗੱਲ ਨਹੀਂ ਬਣਨੀ। ਬਾਸ ਕੀਓ ਬਿਖਿਆ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਨਾ ਤਾਂ ਬਹਿ ਕੇ ਗੱਲ ਬਣਨੀ ਹੈ, ਤੇ ਨਾ ਤੀਰਥਾਂ ਤੇ ਜਾ ਕੇ ਗੱਲ ਬਣਨੀ ਹੈ। ਗੱਲ ਕਿਵੇਂ ਬਣਨੀ ਹੈ? ਕਿੰਨੀ ਸਿੱਧੀ ਸਾਦੀ ਗੱਲ। ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਪ੍ਰੇਮ ਨਾਲ ਗੱਲ ਬਣਨੀ ਹੈ। ਅਖੀਰ ਦੇ ਉੱਤੇ 10ਵੇਂ ਸਵਈਏ 'ਚ ਬਿਲਕੁਲ ਗੱਲ ਖੋਲ ਦਿੰਦੇ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ, ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲੈ ਪਾਹਨ ਪੂਜ ਧਰਿਓ,
ਉਹ ਕਮਲਿਆ ਪੱਥਰਾਂ ਨੂੰ ਕਿਉਂ ਪੂਜੀ ਜਾਂਦਾ ਹੈ? ਕਾਹੂ ਲੈ ਲਿੰਗ ਗਰੇ ਲਟਕਾਇਓ। ਉਹ ਕਹਿੰਦੇ ਕਿਸੇ ਦੇਵਤੇ ਦੇ ਲਿੰਗ ਨੂੰ ਕਿਉਂ ਪੂਜੀ ਜਾਂਦਾ? ਤੂੰ ਕਮਲਾ ਹੋ ਗਿਆ। ਕਾਹੂ ਲਖਿਓ ਹਰ ਅਵਾਚੀ ਦੇਸਾਂ ਮੈਂ। ਅਵਾਚੀ ਹੁੰਦੀ ਹੈ ਜਦੋਂ ਸੂਰਜ ਚੜ੍ਹਦਾ ਹੈ। ਕੁਝ ਲੋਕ ਪੂਰਬ ਨੂੰ ਪੂਜਦੇ ਆ। ਉਹ ਕਮਲਿਆ ਪੂਰਬ ਨੂੰ ਕਿਉਂ ਪੂਜੀ ਜਾਂਦਾ ਹੈ? ਤੇ ਕਈ ਲੋਕ ਪੱਛਮ ਨੂੰ ਪੂਜਦੇ ਆ। ਕਹਿੰਦੇ ਕਮਲਿਆ ਕਾਹੂ ਪਛਾਹ ਕੋ ਸੀਸ ਨਿਵਾਇਓ। ਉਹ ਤੂੰ ਪੱਥਰਾਂ ਨੂੰ ਪੂਜੀ ਜਾਂਦਾ ਹੈ, ਉਹ ਤੂੰ ਕਿਸੇ ਦੇ ਲਿੰਗ ਨੂੰ ਪੂਜੀ ਜਾਂਦਾ ਹੈ, ਤੂੰ ਪੂਰਬ ਨੂੰ ਪੂਜੀ ਜਾਂਦਾ ਹੈ, ਤੂੰ ਪੱਛਮ ਨੂੰ ਪੂਜੀ ਜਾਂਦਾ ਹੈ। ਇਹ ਸਭ ਛੱਡ ਦੇ। ਕੋ ਬਤਾਨ ਕੋ ਪੂਜਤ ਹੈ। ਕਈ ਬੁੱਤਾਂ ਨੂੰ ਵੀ ਪੂਜੀ ਜਾਂਦੇ ਨੇ। ਪਸ ਕੋ ਮਿਰਤਾਨ ਕੋ ਪੂਜਨ ਧਾਇਓ। ਕਈ ਮਰਿਆ ਹੋਇਆਂ ਨੂੰ ਪੂਜੀ ਜਾਂਦੇ ਨੇ ਪਸ਼ੂ ਬਿਰਤੀਆਂ। ਕੂਰ ਕਿਰਿਆ ਉਰਜਿਓ ਸਭ ਹੀ ਜਗ। ਸ਼੍ਰੀ ਭਗਵਾਨ ਕੋ ਭੇਦ ਨਾਮ ਪਾਇਓ। ਇਸ ਬਾਣੀ ਵਿੱਚ ਗੁਰੂ ਪਿਤਾ ਜੀ ਨੇ ਸਭ ਰੱਦ ਕਰ ਦਿੱਤਾ ਕਿ ਇਹ ਤਾਂ ਵਿਚਾਰੇ ਐਵੇਂ ਕੂੜੀ ਕਿਰਿਆ ਵਿੱਚ ਉਰਜੇ ਹੋਏ ਨੇ। ਸਾਰਾ ਸੰਸਾਰ ਹੀ ਐਂ ਉਲਝ ਚੁੱਕਿਆ ਤੇ ਇਹਨਾਂ ਨੂੰ ਕਿਸੇ ਨੂੰ ਵੀ ਪਰਮਾਤਮਾ ਦਾ ਭੇਦ ਨਹੀਂ ਮਿਲਣਾ। ਪਰਮਾਤਮਾ ਦਾ ਭੇਦ ਸਿਰਫ ਪ੍ਰੇਮ ਨਾਲ ਮਿਲਣਾ ਹੈ। ਪ੍ਰੇਮ ਕਿਹਦੇ ਨਾਲ ਕਰਨਾ ਹੈ? ਇਹ ਸਾਰੀ ਕਾਇਨਾਤ ਦੇ ਵਿੱਚ ਪਰਮਾਤਮਾ ਆਪ ਵਸਦਾ ਹੈ। ਸਾਰੇ ਪ੍ਰਾਣੀਆਂ ਨਾਲ ਪ੍ਰੇਮ ਕਰਨਾ ਹੈ। ਧਰਮਾਂ ਤੋਂ ਉੱਪਰ ਉੱਠ ਕੇ, ਬੋਲੀਆਂ ਤੋਂ ਉੱਪਰ ਉੱਠ ਕੇ, ਰੰਗਾਂ ਤੋਂ ਉੱਪਰ ਉੱਠ ਕੇ ਸਾਰਿਆਂ ਵਿੱਚ ਐਂ ਪ੍ਰੇਮ ਕਰਨਾ ਹੈ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਭਾਈ ਕਨ੍ਹਈਆ ਜੀ ਕਰ ਰਿਹਾ ਹੈ। ਜੰਗ ਦੇ ਮੈਦਾਨ ਦੇ ਵਿੱਚ ਤੁਸੀਂ ਦੁਨੀਆ ਦੇ ਵਿੱਚ ਬੜੇ ਜੰਗ ਸੁਣੇ ਹੋਣਗੇ, ਪਰ ਐਸਾ ਜੰਗ ਕਿਸੇ ਨੇ ਨਹੀਂ ਸੁਣਿਆ ਕਿ ਜੰਗ ਦੇ ਮੈਦਾਨ ਦੇ ਵਿੱਚ ਫੱਟੜ ਹੋਏ ਹੋਏ ਸਿਪਾਹੀਆਂ ਨੂੰ ਕਿਸੇ ਫੌਜ ਦਾ ਆਪਣਾ ਹੀ ਬੰਦਾ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਹੋਵੇ। ਇਹ ਹੈ। ਇਹ ਸਿਰਫ ਗੱਲਾਂ ਨਹੀਂ ਜਿਹੜੀਆਂ ਜਾਪ ਸਾਹਿਬ ਵਿੱਚ ਲਿਖੀਆਂ ਨੇ। ਇਹ ਗੱਲਾਂ ਨਹੀਂ ਕਿ ਕਿਸੇ ਨੇ ਐਵੇਂ ਕਲਪਨਾ ਲਿਖ ਦਿੱਤੀ। ਇਹਨਾਂ ਗੱਲਾਂ ਨੂੰ ਗੁਰੂ ਸਾਹਿਬ ਨੇ ਆਪਣੇ ਪਿੰਡੇ ਤੇ ਹੰਢਾਇਆ। ਇਹਨਾਂ ਗੱਲਾਂ ਨੂੰ ਗੁਰੂ ਸਾਹਿਬ ਦੇ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਢਾਇਆ। ਬਹੁਤ ਮਿਸਾਲਾਂ ਮਿਲਦੀਆਂ ਨੇ 18ਵੀਂ ਸਦੀ ਦੇ ਵਿੱਚ ਕਿ ਜੰਗ ਲੱਗਿਆ ਹੋਇਆ ਹੈ, ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ, ਤਸ਼ੱਦਦ ਹੋ ਰਿਹਾ ਤੇ ਸ਼ਾਮ ਨੂੰ ਜੰਗ ਰੁਕ ਗਿਆ। ਸਿੰਘਾਂ ਨੇ ਪ੍ਰਸ਼ਾਦਾ ਤਿਆਰ ਕਰ ਰਿਹਾ। ਮੁਸਲਮਾਨਾਂ ਕੋਲੇ ਰਸਦ ਨਹੀਂ ਸੀ ਤੇ ਸਿੰਘਾਂ ਨੇ ਉਹਨਾਂ ਨੂੰ ਕਿਹਾ ਵੀਰੋ ਆ ਜਾਓ ਤੁਸੀਂ ਵੀ ਛਕ ਲਓ। ਕਮਾਲ ਦੀ ਗੱਲ ਹੈ। ਦੁਸ਼ਮਣ ਇਹ ਵਿਧੀਆਂ ਅਪਣਾਉਂਦਾ ਹੈ ਕਿ ਦੁਸ਼ਮਣ ਦੀ ਦੂਜੇ ਦੁਸ਼ਮਣ ਦੀ ਫੌਜ ਨੂੰ ਰਸਤ ਪਾਣੀ ਬੰਦ ਕਰ ਦਿਓ, ਉਹਨੂੰ ਢਾਹ ਲਵਾਂਗੇ। ਤੇ ਗੁਰੂ ਗੋਬਿੰਦ ਸਿੰਘ ਦੀ ਫੌਜ ਕੀ ਕਰਦੀ ਹੈ? ਦੁਸ਼ਮਣ ਨੂੰ ਕਹਿੰਦੀ ਹੈ ਆ ਜਾਓ ਛਕ ਲਓ ਭਾਈ, ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ। ਇਹੋ ਜਿਹੀ ਪ੍ਰੇਮ ਦੀ ਗਾਥਾ। ਪਰ ਸਾਡੇ ਸਿਧਾਂਤ ਵੱਖਰੇ ਨੇ। ਅਸੀਂ ਪੱਥਰਾਂ ਨੂੰ ਨਹੀਂ ਪੂਜਣਾ, ਅਸੀਂ ਮਰਿਆਂ ਨੂੰ ਨਹੀਂ ਪੂਜਣਾ, ਅਸੀਂ ਦੇਵੀ ਦੇਵਤਿਆਂ ਨੂੰ ਨਹੀਂ ਪੂਜਣਾ। ਅਸੀਂ ਉਹਨੂੰ ਪੂਜਣਾ ਜਿਹਨੇ ਦੇਵੀ ਦੇਵਤਿਆਂ ਦੀ ਸਿਰਜਣਾ ਕੀਤੀ ਹੈ। ਉਹ ਇੱਕ ਹੈ। ਜਦੋਂ ਇੱਕ ਨੂੰ ਪੂਜਾਂਗੇ ਸਾਰੀ ਸ੍ਰਿਸ਼ਟੀ ਇੱਕ ਪਰਮਾਤਮਾ ਨੂੰ ਪੂਜੇਗੀ। ਤੇ ਇੱਥੇ ਵੀ ਖੁੱਲ੍ਹ ਦੇ ਦਿੱਤੀ, ਉਹਦਾ ਨਾਮ ਰਾਮ ਰੱਖ ਲਵੋ, ਉਹਦਾ ਨਾਮ ਅੱਲਾ ਰੱਖ ਲਵੋ, ਉਹਨੂੰ ਖੁਦਾ ਕਹਿ ਲਵੋ, ਉਹਨੂੰ ਪਰਮੇਸ਼ਰ ਕਹਿ ਲਵੋ, ਉਹਨੂੰ ਬੀਠਲ ਕਹਿ ਲਵੋ, ਉਹਨੂੰ ਗੋਬਿੰਦ ਕਹਿ ਲਵੋ, ਉਹਨੂੰ ਜੋ ਮਰਜ਼ੀ ਕਹਿ ਲਵੋ, ਕਿਉਂਕਿ ਉਹਦਾ ਆਪਣਾ ਨਾਮ ਕੋਈ ਵੀ ਨਹੀਂ। ਤੁਸੀਂ ਆਪਣੇ ਮਨ ਨੂੰ ਰਝਾਉਣ ਵਾਸਤੇ ਕੋਈ ਵੀ ਰੱਖ ਲਵੋ। ਇਹ ਸਿਧਾਂਤ ਹੈ ਜੋ ਸਾਨੂੰ ਗੁਰੂ ਪਿਤਾ ਜੀ ਨੇ ਸਵਈਏ ਵਿੱਚ ਦੇ ਕੇ ਅੱਗੇ ਕਿੱਧਰ ਨੂੰ ਚੱਲਦੇ ਨੇ। ਵਿਰਾਗ ਵਿੱਚੋਂ ਘਾਟ ਦੀ ਚੌਥੀ ਅਵਸਥਾ ਕੀ ਹੈ ਕਿ ਮਨੁੱਖ ਵਿਰਾਗ ਵਿੱਚ ਆ ਕੇ ਸਮਰਪਣ ਕਰ ਦਿੰਦਾ ਹੈ। ਇੱਕ ਰੱਬ ਅੱਗੇ ਗੁਰੂ ਪਿਤਾ ਜੀ ਲਿਖਦੇ ਨੇ ਬੇਨਤੀ ਚੌਪਈ ਦੇ ਵਿੱਚ, ਹਮਰੀ ਕਰੋ ਹਾਥ ਦੇ ਰੱਛਾ। ਹੁਣ ਮੈਂ ਸਾਰਾ ਕੁਝ ਤੇਰੇ ਤੇ ਛੱਡ ਦਿੱਤਾ, ਮੈਂ ਕਿਸੇ ਨੂੰ ਨਹੀਂ ਧਿਆਉਂਦਾ, ਮੇਰਾ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਮੇਰੀ ਇੱਛਾ ਕੀ ਹੈ? ਇੱਕ ਹੀ ਇੱਛਾ ਰਹਿ ਗਈ, ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹੁਣ ਤੂੰ ਆਪਣਾ ਜਾਣ ਕੇ ਮੇਰੀ ਪ੍ਰਤਪਾਲਣਾ ਕਰ ਲਈ, ਕਿਉਂਕਿ ਮੈਂ ਸਿਰਫ ਤੇਰੇ ਚਰਨਾਂ ਤੇ ਡਿੱਗਿਆ ਤੇ ਮੈਨੂੰ ਤੇਰੇ ਚਰਨ ਤੇ ਤੇਰਾ ਪਿਆਰ ਚਾਹੀਦਾ ਹੈ। ਫਿਰ ਗੱਲ ਦੁਹਰਾਉਂਦੇ ਨੇ ਜਿਹਦਾ ਇਸ਼ਾਰਾ ਸਵਈਏ 'ਚ ਦੇ ਦਿੱਤਾ ਹੈ। ਬੇਨਤੀ ਕਰਨ ਲੱਗਿਆ ਮਨ ਨੂੰ ਪੱਕਿਆ ਕਰਦੇ ਨੇ, ਉਹ ਮਨਾ ਡੋਲ ਨਾ ਜਾਈ, ਐਵੇਂ ਨਾ ਕਿਸੇ ਦੇਵੀ ਦੇਵਤੇ ਕੋਲੇ ਜਾ ਕੇ ਹੱਥ ਅੱਡ ਲਈ। ਮੈਂ ਤਾਂ ਉਸ ਪਰਮਾਤਮਾ ਅੱਗੇ ਹੱਥ ਅੱਡੇ ਨੇ ਜਿਹਨੂੰ ਮੇਰਾ ਪਰਮਾਤਮਾ ਇੰਨਾ ਬੇਅੰਤ ਹੈ, ਜਿਹੜਾ ਦੇਵੀ ਦੇਵਤਿਆਂ ਦਾ ਕਾਲ ਹੈ, ਮੌਤ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਖਤਮ ਕਰ ਦਿੱਤਾ ਬ੍ਰਹਮਾ ਨੂੰ। ਕਾਲ ਪਾਏ ਸ਼ਿਵ ਜੂ ਅਵਤਰਾ, ਸ਼ਿਵ ਜੀ ਵੀ ਪਰਮਾਤਮਾ ਦੇ ਵਸ ਵਿੱਚ ਹੈ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ,
सकल काल का किया तमाशा। परमात्मा तू बेअंत है। जवन काल सब जगत बनायो, देव दैंत जछन उपजायो। तू बहुत सारे देवते पैदा किए, दैंत राक्षस पैदा किए, जछन ये भी इन्हां दियां ही किस्मां ने। तू ਵੱਖ-ਵੱਖ तरह के देवते, ਵੱਖ-ਵੱਖ तरह ਦੀਆਂ किस्मां के राक्षस पैदा किए, पर मैं किसी देवते नूं नहीं ध्याउंदा, मैं किसी राक्षस नूं नहीं ध्याउंदा, मैं उहनूं ध्या रिहा। आद अंत एक है अवतारा, सोई गुरु समझियो हमारा। मैं तो ਉਹਦੇ ਅੱਗੇ सिर रखिया है, ਜਿਹੜਾ ਮੁੱਢ ਤੋਂ है अंत तक रहेगा। सब तो जिन्हें सृष्टि ਨੂੰ जन्म दिता अपने आप तो, मैं तो ਉਹਦੀ उपासना करदा। ਤੇ ਸਵਈਏ ਵਿੱਚ बिल्कुल गल क्रिस्टल क्लीयर कर दिंदे ने, दुੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਰੱਖ ਦਿੰਦੇ ਨੇ ਕਿ ਰੱਬਾ ਜਦੋਂ ਦਾ मैं तेरे चरणों ਦੇ ਵਿੱਚ सिर रखिया, पाए गहे जब ते तुमरे, तब ते को आँख धरे नहीं आन्यो। मेरी अख थले भी कोई नहीं आउंदा। मैं नहीं मनदा राम नूं, मैं नहीं मनदा रहीम नूं, मैं नहीं मनदा किसी होर ग्रंथ नूं। राम रहीम पुराण करान, अनेक कह मत एक ना मान्यो। मैं सिमरतियां नूं वेदां नूं नहीं मनदा। सिमरत शास्त्र वेद सबै, बहु भेद कहे हम एक ना जान्यो। श्री असपान कृपा तुमरी कर, मैं ना कहो सब तोहे बखान्यो। मैं किसी राम नूं, रहीम नूं, कुरान नूं, वेद नूं, शास्त्र नूं नहीं मनदा। परमात्मा मैं सिर्फ एक तैनूं मनदा जिहड़ा सारे शास्त्रां तो बाहर है। तेरी प्राप्ति दे लई किसी धर्म की, किसी कर्म की लोड़ नहीं। दोहरा सगल द्वार को छाड़ के, गहो तोहारो द्वार। बाहें गहें की लाज अस, गोबिंद दास तोहार। मैं सारे दर छड़ के हे रब्बा तेरे दर ते आ गया। इत्थे बेटा जी एक गल समझण वाली बहुत जरूरी है। इस बाणी दे विच, सवैये दे विच, चौपाई साहब दे विच गुरु गोबिंद सिंह पातशाह ने गल्लां बिल्कुल स्पष्ट कर दित्तियां ने कि मैं किसी धर्म कर्म नूं नहीं मनदा, मैं किसी देवते नूं नहीं मनदा, मैं पत्थरां नूं नहीं मनदा। गुरु नानक साहब की विचारधारा एक अकाल पुरख की उपासक है। पर चेते रखियो, इत्थे आके गुरु साहब का एक बहुत वड्डा सिद्धांत असीं अपने हिरदिਆਂ विचों नहीं भुल्लण देना। ये गुरु पिता सानू साडी जीवन शैली दसदे ने कि सचार मनुख जे बनना है तो इन्हां भरम भुलेखिਆਂ तो बाहर निकल जाना है। पर जे कोई होर इन्हां कम्मां नूं कर रहा है तो कदी भी उहदे नाल वैर नहीं कमाउणा। ये बहुत ही क्लासिकल अप्रोच है सच्चे पातशाह की, जिहड़ी दुनिया की किसी भी विचारधारा विच नहीं मिलती। उदाहरण के तौर पर ये गोबिंद सिंह पिता जी जिन्हां दी असीं बाणी की गल करके आए हाँ, 9 साल की उम्र विच जदों इन्हां दा नाम गोबिंद राय सी, जनेऊ की रखिया दे लई अपने पिता नूं तोड़ चुके ने। तुसीं ये दो एक्सट्रीम्स नूं देखियो, इहदा बैलेंस देखियो की बनदा है। कहंदे मैं जनेऊ नूं नहीं मनदा, गुरु नानक साहब ने बचपन च नहीं पाया, मना कर दिता। कर्म कांडां नूं मैं नहीं मनदा, पूरब विच गए पूरब वाल पिठ कर लई, मैं पूरब नूं नहीं मनदा। पश्चिम विच मुसलमान सजदा करदे सन, पश्चिम विच गए पश्चिम वाल भी पैर कर रहे, मैं पश्चिम नूं भी नहीं मनदा, मैं पूरब नूं भी नहीं मनदा। पर मैं एक कदी भी मनुखी अधिकारां दा घाण नहीं होण दवांगा। एक बड़ी क्लासिकल विचारधारा है गुरु पिता जी दी। खालसा राज बनिया, महाराजा रणजीत सिंह दा खालसा दरबार, वो इक्को ही दरबार है दुनिया के इतिहास विच जिस दरबार ने हिंदुआं नूं बहुत वड्डे वड्डे मंदिर उसार के दिते। इक्को ही दरबार है इतिहास दे विच जिन्हें मुसलमानों नूं बहुत विशाल मसीतां उसार के दित्तियां। पर असी कुरान नूं भी नहीं मनदे, असी पुराण नूं भी नहीं मनदे, असी वेदां नूं भी नहीं मनदे, असी पूरब की पूजा भी नहीं करते, पश्चिम की भी नहीं करते। ये है एक हलीमी राज। बेटा जी ये साड़ी जिम्मेवारी बनती है, असी पढ़ लिख के एक ऐसे खालसा राज की स्थापना करिए जिथे हर मनुख नूं अपने ढंग नाल जिउण दा अधिकार होवे। पर सानू पता होवे कि साडे जिउण दा ढंग निराला है। असी एक अकाल पुरख दे उपासक हाँ,
ਕਦੀ ਕਿਸੇ ਨੂੰ ਸਾਡੀ ਲੋੜ ਹੋਵੇ, ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਉਹ ਹਿੰਦੂ ਹੋਵੇ। ਕਦੀ ਸਮੇਂ ਦੀ ਸਰਕਾਰ ਮੁਸਲਮਾਨ ਸੀ, ਉਹ ਹਿੰਦੂਆਂ ਤੇ ਜ਼ੁਲਮ ਕਰਦੀ ਸੀ, ਤਾਂ ਸਿੱਖਾਂ ਨੇ ਹਿੰਦੂ ਵੀਰਾਂ ਦੀ ਬਾਹ ਫੜ ਲਈ। ਕਦੀ ਸਮੇਂ ਦੀਆਂ ਸਰਕਾਰਾਂ ਹਿੰਦੂ ਨੇ, ਉਹ ਮੁਸਲਮਾਨਾਂ ਤੇ ਜ਼ੁਲਮ ਕਰਦੀਆਂ ਨੇ, ਤਾਂ ਸਿੱਖਾਂ ਨੇ ਮੁਸਲਮਾਨਾਂ ਦੀ ਬਾਹ ਫੜ ਲਈ। ਕਿਉਂਕਿ ਮੁਸਲਮਾਨ ਵੀ ਸਾਡੇ ਭਰਾ ਨੇ, ਹਿੰਦੂ ਵੀ ਸਾਡੇ ਭਰਾ ਨੇ, ਤੇ ਸਾਨੂੰ ਇਹ ਸਬਕ ਪੜ੍ਹਾਇਆ ਜਾ ਚੁੱਕਿਆ। ਸਾਚ ਕਹਉ ਸੁਨ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਪਿਆਰ ਵਾਲਿਓ, ਬੱਚਿਓ, ਯਾਦ ਰੱਖਿਓ, ਸਗਲ ਦੁਆਰ ਕੋ ਛਾੜ ਕੇ ਗयो ਤੁਹਾਰੋਂ ਦੁਆਰ, ਬਾਹਾਂ ਗਹੀਂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸ਼ਖਸੀਅਤ ਦੀ ਘਾਟ ਦੀ ਆਖਰੀ ਬਾਣੀ ਹੈ ਆਨੰਦ, ਰਾਮਕਲੀ ਮਹੱਲਾ ਤੀਜਾ, ਆਨੰਦ। ਇਹ ਬਾਣੀ ਕੀ ਕਹਿੰਦੀ ਹੈ? ਹੁਣ ਜਿਹੜੇ ਕੰਮ ਲਈ ਮੈਂ ਤੁਰਿਆ ਸੀ, ਜਿਹੜੀ ਸ਼ਖਸੀਅਤ ਦੀ ਘਾਟ ਲਈ ਮੈਂ ਤੁਰਿਆ ਸੀ, ਹੁਣ ਉਹ ਪੂਰਾ ਕੰਮ ਹੋ ਗਿਆ। ਮੈਂ ਤੁਰਿਆ ਸਾਂ ਧਰਮਖੰਡ ਤੋਂ, ਮੈਨੂੰ ਗਿਆਨ ਆਇਆ ਸਾਰਿਆਂ ਵਿੱਚ ਰੱਬ ਵਸਦਾ, ਮੈਂ ਵਿਤਕਰਾ ਨਹੀਂ ਕਰਨਾ। ਮੈਂ ਮਿਹਨਤ ਕਰਨੀ ਸ਼ੁਰੂ ਕੀਤੀ, ਸ਼ਰਮਖੰਡ ਵਿੱਚ ਮੈਂ ਘਾਲਣਾ ਘਾਲੀ, ਪਰਮਾਤਮਾ ਨਾਲ ਸੁਰਤ ਜੋੜ ਕੇ ਰੱਖੀ, ਮੂਲ ਮੰਤਰ ਦਾ ਸਹਾਰਾ ਲਿਆ, ਗੁਰਮੰਤਰ ਦਾ ਲਿਆ, ਨਿਤਨੇਮ ਵਿੱਚ ਜਪ ਜੀ, ਜਾਪ ਸਾਹਿਬ, ਸਵਈਏ, ਚੌਪਈ ਮੈਂ ਪੜ੍ਹਦਾ ਰਿਹਾ। ਤੇ ਅਵਸਥਾ ਇੱਕ ਅਵਸਥਾ ਦੀ ਇੱਕ ਪੜਾਅ ਹੈ ਕਿ ਹੁਣ ਉਹ ਕੰਮ ਹੋ ਗਿਆ ਕਿ ਮੈਂ ਸਚਿਆਰ ਘੜਿਆ ਗਿਆ। ਤੇ ਫਿਰ ਬਾਬਾ ਜੀ ਲਿਖਦੇ ਨੇ, ਸਚਿਆਰ ਮਨੁੱਖ ਦੀ ਘਾਟ ਦੇ ਵਿੱਚ ਘੜਿਆ ਹੋਇਆ ਮਨੁੱਖ ਬੋਲਦਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਦੇਖੋ, ਮਰਗ ਹੋਈ ਹੋਵੇ ਫਿਰ ਅਸੀਂ ਫਿਰ ਵੀ ਇਹ ਪੜ੍ਹਦੇ ਹਾਂ। ਕਮਾਲ ਦੀ ਗੱਲ ਹੈ ਨਾ, ਇਹ ਆਨੰਦ ਹੈ। ਘਰੇ ਮਰਗ ਹੋਈ ਹੈ, ਅਸੀਂ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਘਰੇ ਖੁਸ਼ੀ ਹੈ, ਫਿਰ ਵੀ ਅਸੀਂ ਕਹਿੰਦੇ ਹਾਂ ਆਨੰਦ ਭਇਆ ਮੇਰੀ ਮਾਏ, ਕਿਉਂਕਿ ਅਸੀਂ ਖੁਸ਼ੀ ਤੇ ਗਮੀ ਤੋਂ ਉਤਾਂਹ ਉੱਠ ਗਏ ਹਾਂ, ਗੁਰੂ ਦੇ ਪਿਆਰ ਵਿੱਚ ਸਚਿਆਰ ਮਨੁੱਖ ਬਣ ਗਏ ਹਾਂ। ਸਾਨੂੰ ਪਤਾ ਇਹ ਮੌਤ ਤੇ ਜਨਮ ਤਾਂ ਐਵੇਂ ਹੀ ਨੇ, ਸਤਿਗੁਰ ਤਾਂ ਪਾਇਆ, ਸਤਿਗੁਰ ਹੀ ਨਹੀਂ ਪਾਇਆ, ਨਾਲ ਸਹਜ ਵੀ ਪਾਇਆ, ਸਹਜ ਸੇਤੀ, ਅਡੋਲ ਅਵਸਥਾ। ਸਹਜ ਹੁੰਦਾ ਅਡੋਲ, ਮੈਂ ਇਕੱਲਾ ਗੁਰੂ ਹੀ ਨਹੀਂ ਪਾਇਆ, ਗੁਰੂ ਦੇ ਨਾਲ ਮੇਰੇ ਕੋਲੇ ਹੁਣ ਅਡੋਲ ਅਵਸਥਾ ਆ ਗਈ। ਹੁਣ ਮੇਰੇ ਤੇ ਖੁਸ਼ੀ ਤੇ ਗਮੀ ਦਾ ਅਸਰ ਨਹੀਂ ਹੋਵੇਗਾ। ਤੇ ਮਨ ਵਿੱਚ ਹੁਣ ਵਧਾਈਆਂ ਨੇ, ਜਦੋਂ ਬੰਦਾ ਅਡੋਲ ਹੋ ਗਿਆ। ਸਤਿਗੁਰ ਤਾਂ ਪਾਇਆ ਸਹਜ ਸੇਤੀ, ਮਨ ਵਜੀਆਂ ਵਧਾਈਆਂ। ਬਸ ਮੈਂ ਤੁਹਾਨੂੰ ਇਸ਼ਾਰਾ ਦੇਣਾ ਇਸ ਬਾਣੀ ਦੇ 2-3 ਸ਼ਬਦ। ਹੁਣ ਜਦੋਂ ਇਸ ਅਵਸਥਾ ਤੇ ਮਨੁੱਖ ਆ ਜਾਂਦਾ ਹੈ, ਅੱਗੇ ਚੱਲਦਿਆਂ ਆਨੰਦ ਸਾਹਿਬ ਦੀ ਬਾਣੀ ਇਹ ਦੱਸਦੀ ਹੈ ਕਿ ਤੈਨੂੰ ਆਨੰਦ ਮਿਲ ਗਿਆ, ਪਰ ਇਹ ਆਨੰਦ ਤਾਂ ਟਿਕ ਕੇ ਰਹਿਣਾ ਜੇ ਤੂੰ ਆਪਣੇ ਆਪ ਨੂੰ ਸ਼ਰਮਖੰਡ ਵਿੱਚ ਰੱਖਿਆ, ਮਿਹਨਤ ਕਰਦਾ ਰਿਹਾ। ਮਨਾ ਭੁੱਲ ਨਾ ਜਾਈ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਮਨਾ ਰੱਬ ਨਾਲ ਰਹਿਣਾ, ਦੇਵੀ ਦੇਵਤਿਆਂ ਨਾਲ ਨਹੀਂ ਰਹਿਣਾ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਤੇਰੇ ਸਾਰੇ ਦੁੱਖ ਦੂਰ ਕਰੇਗਾ। ਰੱਬ ਤੇਰਾ ਗਨਮੈਨ ਬਣ ਕੇ ਆਵੇਗਾ, ਅੰਗੀਕਾਰ ਉਹ ਕਰੇ ਤੇਰਾ। ਅੰਗੀਕਾਰ ਹੁੰਦਾ ਬੋਡੀਗਾਰਡ, ਕਾਰਜ ਸਭ ਸਵਾਰਣਾ। ਭੁੱਲ ਨਾ ਜਾਈ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਬਸ ਹੁਣ ਮਨ ਨੂੰ ਸੰਬੋਧਨ ਹੋਣਾ, ਕਦੀ ਕਹਿਣਾ ਉਹ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਕਦੀ ਅੱਖਾਂ ਨੂੰ ਪੁੱਛਣਗੇ ਉਹ ਇਹ ਨੇਤਰੋ ਮੇਰਿਓ, ਹਰ ਤੁਮੇ ਜੋਤ ਧਰੀ। ਤੂੰ ਕੀ ਦੇਖੀ ਜਾਣਾ? ਰੱਬ ਦੇਖਣਾ ਸੀ। ਅੱਖਾਂ ਵਿੱਚੋਂ ਸਾਰਿਆਂ ਵਿੱਚ ਰੱਬ ਦੇਖਣਾ ਸੀ। ਉਹ ਤੂੰ ਕੰਨਾਂ ਵਿੱਚ ਕੀ ਸੁਣੀ ਜਾਣਾ? ਰੱਬ ਦਾ ਨਾਂ ਸੁਣਨਾ ਸੀ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ। ਬਸ ਇਸ ਤਰ੍ਹਾਂ ਇਹ ਬਾਣੀ ਆਨੰਦ ਸਾਹਿਬ ਦੀ ਟਕੋਰਾ ਕਰੇਗੀ, ਚੈੱਕ ਕਰੇਗੀ, ਬੈਟਰੀ ਚੈੱਕ ਕਰੇਗੀ, ਡਾਊਨ ਤਾਂ ਨਹੀਂ ਹੋ ਗਈ, ਸੱਚ ਨਾਲੋਂ ਟੁੱਟ ਤਾਂ ਨਹੀਂ ਗਈ। ਤੇ ਅਖੀਰ ਤੇ ਕਹੇਗੀ ਜੇ ਨਹੀਂ ਟੁੱਟੀ ਤਾਂ ਭਾਈ ਫਿਰ ਸੁਣੋ ਆਨੰਦ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਆਹੀ ਚਾਹੁੰਦੇ ਆ ਨਾ, ਸਾਰੇ ਮਨੋਰਥ ਪੂਰੇ ਹੋ ਜਾਣ। ਤੇ ਬਾਬਾ ਜੀ ਕਹਿੰਦੇ ਇਹ ਤਾਂ ਹੋਣੇ ਹੀ ਹੋਣੇ ਨੇ, ਕਿਉਂਕਿ ਤੁਸੀਂ ਉਸ ਤਾਕਤ ਨਾਲ ਇੱਕਮਿਕ ਹੋ ਜਾਣਾ ਹੈ। ਪਰਮਾਤਮਾ ਦੀ ਇੱਛਾ ਤੁਹਾਡੀ ਇੱਛਾ ਹੋ ਜਾਣੀ ਹੈ, ਤੁਹਾਡੀ ਇੱਛਾ ਪਰਮਾਤਮਾ ਦੀ ਇੱਛਾ ਹੋ ਜਾਣੀ ਹੈ, ਤੇ ਪਰਮਾਤਮਾ ਦੀ ਇੱਛਾ ਤਾਂ ਪੂਰੀ ਹੋਣੀ ਹੈ। ਇਸੇ ਕਰਕੇ ਕਹਿੰਦੇ ਆ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਦਾ
ਤੇ ਫਤਿਹ ਵਾਹਿਗੁਰੂ ਦੀ ਯਕੀਨੀ ਹੈ। ਸੋ ਪਿਆਰ ਵਾਲੇ ਬੱਚਿਓ, ਇਹ ਜੋ ਨਿਤਨੇਮ ਦੀਆਂ ਬਾਣੀਆਂ ਨੇ, ਸ਼ਾਮ ਨੂੰ ਰਹਿਰਾਸ ਪੜ੍ਹਦੇ ਆ, ਇਹ ਸਵੇਰ ਵਾਲਾ ਬਾਣੀਆਂ ਦਾ ਦੁਹਰਾਓ ਹੈ ਬਸ। ਸੋਦਰ ਸਵੇਰੇ ਪੜ੍ਹੀ ਸੀ, ਬੇਨਤੀ ਚੁਪਈ ਸਵੇਰੇ ਪੜ੍ਹੀ ਸੀ, ਆਨੰਦ ਸਾਹਿਬ ਪੜ੍ਹਿਆ ਸੀ। ਇਹ ਤਿੰਨਾਂ ਬਾਣੀਆਂ ਦੇ ਵਿਚਾਲੇ ਇੱਕ ਸੋਪਰਖ ਆ ਜਾਂਦਾ ਹੈ, ਮੰਦਾਵਣੀ ਆ ਜਾਂਦੀ ਹੈ, ਇਹਨਾਂ ਦਾ ਸੁਮੇਲ ਰਹਿਰਾਸ ਬਣ ਜਾਂਦਾ ਹੈ। 5 ਸ਼ਬਦਾਂ ਦਾ ਸੰਗ੍ਰਹਿ ਸੋਹਿਲਾ ਸਾਹਿਬ, ਇਹ ਵੀ ਉਸੇ ਤਰ੍ਹਾਂ ਚੱਲਦਾ ਹੈ। ਸਮੇਂ ਦੀ ਘਾਟ ਕਾਰਨ ਮੈਂ ਇਹਦਾ ਵਿਸਥਾਰ ਨਹੀਂ ਕਰਾਂਗਾ, ਸਿਰਫ ਸੌਣ ਲੱਗਿਆ ਤੁਹਾਨੂੰ ਯਾਦ ਕਰਾਵੇਗਾ। ਔਧ ਘਟੈ ਦਿਨ ਸਰੈਣਾ ਰੇ, ਉਹ ਤੇਰੀ ਉਮਰ ਘਟ ਰਹੀ ਹੈ, ਦਿਨ ਰਾਤ ਮਨ ਗੁਰ ਮਿਲ ਕਾਜ ਸਵਾਰੇ। ਉਹ ਮਨਾ ਤੇਰੀ ਇਹ ਆਨੰਦ ਸਾਹਿਬ ਵਾਂਗੂ ਟਕੋਰ ਕਰਦੀ ਹੈ ਬਾਣੀ, ਉਹ ਤੈਨੂੰ ਸਾਰੀ ਗੱਲ ਸਵੇਰੇ ਸਮਝਾ ਦਿੱਤੀ ਹੈ, ਹੁਣ ਤੂੰ ਕਿਤੇ ਅਵੇਸਲਾ ਨਾ ਹੋ ਜਾਈਂ। ਸੋ ਬੱਚਿਓ, ਬਸ ਮੇਰਾ ਆਖਰੀ ਸੁਨੇਹਾ ਹੈ, ਜੇ ਨਿਤਨੇਮ ਨਾ ਕਰੀਏ ਤਾਂ ਫਿਰ ਕੀ ਹੋਊਗਾ? ਕੀ ਹੋਊਗਾ ਫਿਰ? ਸਾਨੂੰ ਕਈ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਨਾਰਾਜ਼ ਹੋ ਕੇ ਕੰਮ ਖਰਾਬ ਕਰ ਦਿੰਦੇ ਹੈ। ਕਿਉਂ ਵੀ ਇਦਾਂ ਹੁੰਦਾ? ਜੇ ਸਾਨੂੰ ਕੋਈ ਇਦਾਂ ਕਹਿੰਦਾ ਨਾ, ਝੂਠ ਕਹਿੰਦਾ ਹੈ, ਸਾਨੂੰ ਝੂਠ ਕਹਿ ਰਿਹਾ ਹੈ। ਅਸੀਂ ਬਾਣੀ 'ਚ ਬਾਬਾ ਜੀ ਨੇ ਬਾਰ-ਬਾਰ ਕਿਹਾ, ਮੈਂ ਤਾਂ ਨਾਰਾਜ਼ ਹੁੰਦਾ ਹੀ ਨਹੀਂ, ਮੈਨੂੰ ਪ੍ਰਾਪਤ ਕਰਨ ਵਾਸਤੇ ਕੋਈ ਪਾਠ, ਕੋਈ ਜਗ, ਕੋਈ ਤਪ ਕਰਨ ਦੀ ਲੋੜ ਹੀ ਨਹੀਂ। ਕਰਨਾ ਕੀ ਹੈ? ਸਾਰਿਆਂ 'ਚ ਰੱਬ ਦੀ ਜੋਤ ਦੇਖਣੀ ਹੈ। ਬਸ ਰੱਬ ਦੀ ਜੋਤ ਦੇਖਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਬਾਣੀ ਪਾਠ ਪੁਸਤਕ ਹੈ, ਅਭਿਆਸ ਪੁਸਤਕ ਹੈ, ਉਹ ਮਨ ਨੂੰ ਸਾਧਦੀ ਹੈ, ਉਹ ਰੱਬ ਦੇ ਦਰਸ਼ਨ ਕਰਨ 'ਚ ਸਹਾਇਤਾ ਕਰਦੀ ਹੈ। ਕਦੀ ਨਹੀਂ ਇਸ ਗੱਲ ਦਾ ਭਰਮ ਕਰਨਾ ਕਿ ਅੱਜ ਕੰਮ ਖਰਾਬ ਹੋ ਗਿਆ, ਮੈਂ ਸਵੇਰੇ ਪਾਠ ਨਹੀਂ ਕੀਤਾ ਸੀ ਤਾਂ ਹੋ ਗਿਆ। ਪਰ ਕਈ ਵਾਰੀ ਕੰਮ ਖਰਾਬ ਉਦੋਂ ਹੁੰਦਾ ਹੈ ਜਦੋਂ ਪਾਠ ਨਾ ਕੀਤਾ ਹੋਵੇ। ਇੱਥੇ ਕੁੰਡੀ ਇੱਕ ਹੋਰ ਹੈ, ਇਹ ਕੁੰਡੀ ਇਹ ਨਹੀਂ ਕਿ ਰੱਬ ਨਾਰਾਜ਼ ਹੋ ਕੇ ਕੰਮ ਖਰਾਬ ਕਰ ਦਿੰਦਾ, ਪਰ ਕੰਮ ਖਰਾਬ ਵੀ ਕਈ ਵਾਰ ਹੁੰਦਾ। ਅਸੀਂ ਗੱਲ ਕਰਦੇ ਹਾਂ ਉਹਦੀ ਵੀ। ਸੋ ਪਹਿਲਾਂ ਤਾਂ ਇਹ ਸਪਸ਼ਟ ਹੋਵੋ ਕਿ ਰੱਬ ਕਦੀ ਵੀ ਨਾਰਾਜ਼ ਹੋ ਕੇ ਕਿ ਅੱਜ ਮੇਰਾ ਪਾਠ ਨਹੀਂ ਕੀਤਾ, ਅੱਜ ਗੁਰਦੁਆਰੇ ਨਹੀਂ ਆਇਆ, ਜਿਹੜਾ ਕੰਮ ਹੀ ਖਰਾਬ ਕਰ ਦੋ। ਰੱਬ ਕਦੀ ਇੱਦਾਂ ਨਹੀਂ ਕਰਦਾ। ਰੱਬ ਤੁਹਾਡੀ ਮਾਂ ਆ। ਆਪਾਂ ਕਈ ਵਾਰੀ ਮੰਮਾ ਦਾ ਕਹਿਣਾ ਨਹੀਂ ਮੰਨਦੇ, ਚੱਕ ਕੇ ਚੱਪਲ ਵੀ ਮੂੰਹ ਤੇ ਮਾਰਦੇ ਆ ਮੰਮਾ ਦੇ। ਛੋਟੇ ਬੱਚੇ ਨਾ ਜਿਹੜੇ ਬਹੁਤ ਛੋਟੇ ਹੁੰਦੇ ਆ, ਗੋਦੀ ਮਾਂ ਨੇ ਚੱਕਿਆ, ਮਾਂ ਦੇ ਮੂੰਹ ਤੇ ਆ ਚਪੇੜ ਮਾਰ ਦਿੰਦੇ ਆ, ਹੁੰਦਾ ਨਾ, ਤੇ ਮਾਂ ਮਾਰਦੀ ਆ ਮੁੜ ਕੇ ਉਹਨੂੰ। ਕਿਉਂ ਜੀ? ਮਾਂ ਇੱਕ ਚਪੇੜ ਹੋਰ ਮਾਰਦੀ ਆ ਉਹਦੇ, ਮਾਂ ਸਗੋਂ ਗਲਵਕੜੀ ਨੂੰ ਲਾ ਕੇ ਪੈਂਦੀ ਹੈ, ਪਿਆਰ ਕਰਨ ਲੱਗ ਪੈਂਦੀ ਹੈ, ਤੇ ਉਹਨੂੰ ਪਤਾ ਵੀ ਇਹ ਮੇਰਾ ਲਾਡਲਾ ਬੱਚਾ ਹੈ। ਤੇ ਰੱਬ ਤਾਂ ਸਾਰਿਆਂ ਦੀ ਮਾਂ ਆ, ਰੱਬ ਵੀ ਇਦਾਂ ਹੀ ਪਿਆਰ ਕਰਦਾ, ਕਦੀ ਕਿਸੇ ਦਾ ਕੰਮ ਨਹੀਂ ਖਰਾਬ ਕਰਦਾ। ਪਰ ਆਹ ਖਿਆਲ ਰੱਖੋ, ਜਦੋਂ ਗੁਰਬਾਣੀ ਦਾ ਨਿਤਨੇਮ ਕਰਦੇ ਆ, ਸਾਡੇ ਵਿੱਚ 5 ਗੁਣ ਪ੍ਰਵੇਸ਼ ਕਰਦੇ ਆ। ਪਹਿਲਾ ਗੁਣ ਹੈ ਪੋਜ਼ਿਟਿਵ ਥਿੰਕਿੰਗ। ਗੁਰਬਾਣੀ ਦੇ ਪਾਠ ਕਰਨ ਨਾਲ ਸਾਡੀ ਥਿੰਕਿੰਗ ਪੋਜ਼ਿਟਿਵ ਹੋ ਜਾਂਦੀ ਹੈ। ਦੂਸਰੀ ਗੱਲ, ਸਾਡੇ ਵਿੱਚ ਇਕਾਗਰਤਾ ਆ ਜਾਂਦੀ ਹੈ, ਖਿੰਡਿਆ ਹੋਇਆ ਮਨ ਇਕਾਗਰ ਹੋ ਜਾਂਦਾ ਹੈ। ਤੀਸਰੀ ਗੱਲ, ਸਾਡੇ ਵਿੱਚ ਸੈਲਫ ਕੌਨਫੀਡੈਂਸ ਆ ਜਾਂਦਾ। ਆਵੇ ਕਿਉਂ ਨਾ, ਪੜ੍ਹਿਆ ਰੱਬਾ ਤੂੰ ਇੰਨਾ ਬਿਆਨਤ ਹੈ, ਤੂੰ ਸੂਰਜ ਨੂੰ ਸੁਕਾ ਕੇ ਸੁੱਟ ਦਿੰਦਾ ਕਿ ਆਦਿਤ ਸੋਕੈ। ਜਦੋਂ ਜਾਪ ਸਾਹਿਬ ਪੜਾਂਗੇ ਕੌਨਫੀਡੈਂਸ ਆ ਜਾਣਾ ਹੈ, ਮੇਰਾ ਰੱਬ ਸੂਰਜਾਂ ਨੂੰ ਸੁਕਾ ਕੇ ਸੁੱਟ ਦਿੰਦਾ ਹੈ। ਚੌਥੀ ਗੱਲ, ਹਰ ਥਾਂ ਤੇ ਰੱਬ ਨਜ਼ਰ ਆਉਂਦਾ ਹੈ, ਹਰ ਥਾਂ ਤੇ, ਦੁਸ਼ਮਣ ਵਿੱਚ ਵੀ ਰੱਬ ਨਜ਼ਰ ਆਉਂਦਾ ਹੈ। ਵੀ ਰੈਕੋਗਨਾਈਜ਼ ਕ੍ਰੀਏਟਰ ਇਨ ਹਿਜ਼ ਕ੍ਰੀਏਸ਼ਨ, ਸਭਨੀ ਥਾਈਂ ਰੱਬੀ ਜੋਤ ਦੇ ਦਰਸ਼ਨ। ਪੰਜਵੀਂ ਗੱਲ, ਸਾਡੇ ਅੰਦਰ ਸਰਬੱਤ ਦੇ ਭਲੇ ਦਾ ਚਾਅ ਆ ਜਾਂਦਾ ਹੈ, enthusiasm for the welfare of one and all. Positive thinking, focus, self-confidence, recognizing creator in his creation, enthusiasm for the welfare of one and all. ਇਹ 5 ਗੁਣ ਨੇ ਜਿਹੜੇ ਨਿਤਨੇਮ ਨਾਲ ਆ ਜਾਂਦੇ ਨੇ। ਜਿੱਦਣ ਨਿਤਨੇਮ ਰਹਿ ਜਾਂਦਾ, ਸਾਡੇ ਵਿੱਚੋਂ ਇਹ ਗੁਣ ਨਿਕਲ ਜਾਂਦੇ ਆ, ਤੇ ਇਸ ਕਰਕੇ ਕੰਮ ਖਰਾਬ ਹੋਣਾ ਹੀ ਹੁੰਦਾ ਹੈ। ਸਾਡਾ ਫੋਕਸ ਵਿਗੜ ਜਾਂਦਾ ਹੈ, ਸਾਡਾ ਬੈਲੈਂਸ ਵਿਗੜ ਜਾਂਦਾ। ਅਸੀਂ ਐਵੇਂ ਨੈਗੇਟਿਵ ਸੋਚੀ ਜਾਂਦੇ ਹਾਂ। ਮੈਂ ਇੱਕ ਬੰਦੇ ਬਾਰੇ ਨੈਗੇਟਿਵ ਸੋਚ ਰਿਹਾ, ਮਨੋਵਿਗਿਆਨ ਇਹ ਗੱਲ ਕਹਿੰਦਾ ਹੈ। ਦੇਖੋ ਕੀ ਹੈ ਬੱਚਿਓ, ਇਸ ਗੱਲ ਨੂੰ ਧਿਆਨ ਨਾਲ ਫੜ ਲਿਓ। ਡਾਕਟਰ ਨੇਕੀ ਬਹੁਤ ਵੱਡੇ ਮਨੋਵਿਗਿਆਨੀ ਹੋਏ ਨੇ, ਉਹਨਾਂ ਨੇ ਆਪਣੀਆਂ ਕਿਤਾਬਾਂ 'ਚ ਗੱਲ ਖੋਲ ਕੇ ਲਿਖ ਦਿੱਤੀ ਹੈ। ਮੈਂ ਇਸ ਬੱਚੇ ਬਾਰੇ ਗਲਤ ਸੋਚੀ ਜਾ ਰਿਹਾ, ਇਸ ਬੱਚੇ ਦੇ ਅੰਦਰ ਵੀ ਮੇਰੇ ਬਾਰੇ ਗਲਤ ਖਿਆਲ ਆ ਜਾਣਗੇ। ਮੈਂ ਇਸ ਬੱਚੇ ਬਾਰੇ ਪੋਜ਼ਿਟਿਵ ਸੋਚ ਰਿਹਾ, ਇਹਦੇ ਅੰਦਰ ਵੀ ਮੇਰੇ ਬਾਰੇ ਪੋਜ਼ਿਟਿਵ ਖਿਆਲ ਆ ਜਾਣਗੇ। ਇਹ ਮਨੋਵਿਗਿਆਨ ਹੈ। ਸਾਡੇ ਅੰਦਰ ਇੱਕ ਸਟਰਿੰਗ ਹੈ, ਅੱਗੇ ਵੀ ਸਟਰਿੰਗ ਹੈ, ਉਹਨਾਂ ਦਾ ਆਪਸ ਵਿੱਚ ਰੈਜ਼ੋਨੈਂਸ ਹੈ। ਜਿਹੋ ਜਿਹੀਆਂ ਕਿਰਨਾਂ ਅਸੀਂ ਛੱਡਦੇ ਹਾਂ, ਉਹੋ ਜਿਹੀਆਂ ਵਾਪਸ ਆ ਜਾਂਦੀਆਂ ਨੇ। ਨਿਤਨੇਮ ਨਾ ਕੀਤਾ ਹੋਵੇ, ਥਿੰਕਿੰਗ ਨੈਗੇਟਿਵ ਹੋ ਜਾਂਦੀ ਹੈ,
मतलब कि डर लगन लग पैंदा है, मेरा नुकसान ना हो जाए, आ ना हो जाए, मेरा एक्सीडेंट ना हो जाए, आए ना हो जाए। वो नैगेटिव थिंकिंग थोड़े अंदर घबराहट पैदा करती है। उस घबराहट भी तुहाडे कोलों कुछ ना कुछ गलत हो जाता है, तो फिर तुसीं कहने हो पाठ नहीं कीता सी तां हो गया, रब ने नाराज़ करके कर दिता। रब नाराज़ नहीं हुंदा, पर साडे विचों आ 5 गुण नैगेटिव 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 हो जाते हैं, माइनस हो जाते हैं, फिर काम विगड़ जाता है। तो आ आखिरी गल अपनियां डायरियां ते नोट कर लवो। नितनेम परमात्मा तो डर के ਕੰਮਕਾਰ ਦੀ ਸਫਲਤਾ ਲਈ ਪੜਿਆ ਜਾਣ ਵਾਲਾ ਕੋਈ ਮੰਤਰ ਨਹੀਂ ਹੈ, ਸਗੋਂ ਸਰਬ ਸ਼ਕਤੀਮਾਨ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਆਪਣੀ ਨਾਕਾਬਲੀਅਤ ਨੂੰ ਕਾਬਲੀਅਤ ਵਿੱਚ ਬਦਲਣ ਦੀ ਪੜ੍ਹਾਈ ਹੈ। ਤੇ ਇਸ ਕਰਕੇ ਬੇਟਾ ਜੀ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਸਾਡੇ ਕੰਮ ਸਫਲ ਹੋ ਜਾਂਦੇ ਨੇ। ਨਿਤਨੇਮ ਕਰੋ ਖੁਸ਼ ਹੋ ਕੇ, ਨਿਤਨੇਮ ਕਰੋ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਗੁਰੂ ਸਾਹਿਬ ਮੈਨੂੰ ਸੁਣ ਰਹੇ ਨੇ। ਨਿਤਨੇਮ ਕਰੋ ਬੋਲ ਬੋਲ ਕੇ ਤਾਂ ਕਿ ਸਾਡੇ ਕੰਨ ਸੁਣ ਸਕਣ। ਨਿਤਨੇਮ ਕਰੋ ਸੁਣ ਸੁਣ ਕੇ, ਨਿਤਨੇਮ ਪ੍ਰੇਮ ਭਿੱਜੀ। ਜਿੱਦਾਂ ਆਪਾਂ ਅੱਜ ਹੁਣ ਗੱਲ ਕੀਤੀ ਹੈ ਨਾ, ਸਵੇਰ ਨੂੰ ਨਿਤਨੇਮ ਕਰੋਗੇ, ਘਰਾਂ ਵਿੱਚ ਜਾ ਕੇ ਕਰੋਗੇ, ਇਹਨੂੰ ਖੋਜਿਓ। ਆਏ ਚੁੱਭੀਆਂ ਮਾਰਿਓ ਜਿਵੇਂ ਆਪਾਂ ਕਿਤੇ ਸਰੋਵਰ ਦੇ ਵਿੱਚ ਚੁੱਭੀ ਮਾਰੀ ਦੀ ਹੈ। ਪ੍ਰੇਮ ਭਿੱਜੀ ਖੋਜੀ ਵਿਰਤੀ ਨਾਲ ਵਿਸ਼ਵਾਸ ਰੱਖ ਕੇ ਖੋਜਿਓ, ਨਾਲ ਨਾਲ ਆਪਣਾ ਮੁਲਾਂਕਣ ਕਰਿਓ। ਯਕੀਨਨ ਹੈ ਗੁਰੂ ਤੁਹਾਡੇ ਅੰਗ ਸੰਗ ਹੋ ਕੇ ਵਿਚਰਨਗੇ, ਤੁਹਾਡੀ ਸ਼ਖਸੀਅਤ ਦੀ ਘਾੜਤ ਹੋ ਜਾਵੇਗੀ। ਇਹ ਗੱਲ ਅੱਜ ਦੇ ਸੈਸ਼ਨ ਵਿੱਚੋਂ ਨੋਟ ਕਰ ਲੈਣੀ, ਅਮਲ ਵਿੱਚ ਲੈ ਆਉਣੀ ਕਿ ਸ਼ਖਸੀਅਤ ਦੀ ਘਾਟ ਦੀ ਮੁੱਢਲੀ ਲੋੜ ਹੈ। ਇਹ ਜੇ ਸਾਨੂੰ 5 ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ, 2 ਬਾਣੀਆਂ ਸੰਧਿਆ ਵੇਲੇ ਬਖਸ਼ਿਸ਼ ਹੋਈਆਂ ਨੇ, ਗੁਰਮੰਤਰ ਮੂਲ ਮੰਤਰ ਬਖਸ਼ਿਸ਼ ਹੋਇਆ। ਇਹ ਬਾਣੀਆਂ ਸ਼ਖਸੀਅਤ ਦੀ ਘਾਟ ਦੀਆਂ ਮੁੱਢਲੀਆਂ ਲੋੜਾਂ ਨੇ, ਸਾਨੂੰ ਸਾਇੰਸ ਬਾਰੇ ਦੱਸਦੀਆਂ ਨੇ, ਸਾਨੂੰ ਮਨੋਵਿਗਿਆਨ ਬਾਰੇ ਦੱਸਦੀਆਂ ਨੇ, ਸਾਨੂੰ ਆਪਣਾ ਬਿਹੇਵੀਅਰ ਬਦਲਣ ਬਾਰੇ ਦੱਸਦੀਆਂ ਨੇ, ਪੋਜ਼ਿਟਿਵ ਥਿੰਕਿੰਗ ਬਣਾਉਂਦੀਆਂ ਨੇ, ਕੌਨਫੀਡੈਂਸ ਪੈਦਾ ਕਰਦੀਆਂ ਨੇ, ਫੋਕਸ ਪੈਦਾ ਕਰਦੀਆਂ ਨੇ, ਸਾਰਿਆਂ ਨੂੰ ਪਿਆਰ ਕਰਨ ਦੀ ਗੱਲ ਕਰਦੀਆਂ ਨੇ ਅਤੇ ਤੁਹਾਡੇ ਅੰਦਰ ਸਰਬੱਤ ਦੇ ਭਲੇ ਦਾ ਚਾਉ ਭਰ ਦਿੰਦੀਆਂ ਨੇ। ਅਤੇ ਸਰਬੱਤ ਦੇ ਭਲੇ ਦਾ ਜਦੋਂ ਚਾਉ ਭਰ ਜਾਂਦਾ ਹੈ ਤਾਂ ਫਿਰ ਅਸੀਂ ਸੱਚਮੁੱਚ ਸੱਚਿਆਰ ਬਣ ਜਾਂਦੇ ਹਾਂ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਆਂ ਵਿਚਾਰਾਂ ਵਿੱਚ ਅਸੀਂ ਨਿਤਨੇਮ ਦੀਆਂ ਬਾਣੀਆਂ ਦੇ ਸ਼ਖਸੀਅਤ ਉਸਾਰੀ ਨਾਲ ਡੂੰਘੇ ਸੰਬੰਧਾਂ ਦਾ ਆਨੰਦ ਮਾਣਿਆ ਅਤੇ ਜਾਣਕਾਰੀ ਪ੍ਰਾਪਤ ਕੀਤੀ ਕਿ ਕਿਸ ਤਰ੍ਹਾਂ ਇਹ ਬਾਣੀਆਂ ਸ਼ਖਸੀਅਤ ਉਸਾਰੀ ਨੂੰ ਸੁਚਾਰੂ ਮਨੁੱਖਾਂ ਵਜੋਂ ਘਾਟ ਲਈ ਕੰਮ ਕਰਦੀਆਂ ਹਨ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਇਹਨਾਂ ਦਾ ਕੀ ਮਹੱਤਵ ਹੈ। ਮੈਂ ਸਮਝਦਾ ਹਾਂ ਕਿ ਹੁਣ ਜਦੋਂ ਅਸੀਂ ਨਿਤਨੇਮ ਕਰਾਂਗੇ ਤਾਂ ਸਾਡਾ ਨਜ਼ਰੀਆ ਹੋਰ ਹੋਵੇਗਾ, ਆਨੰਦ ਦੀ ਅਵਸਥਾ ਹੋਰ ਹੋਵੇਗੀ ਅਤੇ ਸੁਚਾਰੂ ਮਨੁੱਖ ਵਜੋਂ ਵਿਕਸਿਤ ਹੋਣ ਲਈ ਗੁਰਬਾਣੀ ਦਾ ਆਸਰਾ ਲੈ ਕੇ ਅਸੀਂ ਆਪਣੇ ਨਿਸ਼ਾਨੇ ਵੱਲ ਤੇਜ਼ੀ ਨਾਲ ਅੱਗੇ ਵਧਾਂਗੇ। ਸਮੂਹ ਪ੍ਰਿੰਸੀਪਲ ਸਾਹਿਬਾਨ ਅਤੇ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਇਹਨਾਂ ਵਿਚਾਰਾਂ ਨੂੰ ਆਪਣੇ ਸਕੂਲ ਦੇ ਹਰ ਵਿਦਿਆਰਥੀ ਅਤੇ ਅਧਿਆਪਕ ਨੂੰ ਸਰਵਣ ਕਰਵਾਈਏ। ਅਸੀਂ ਹਰ ਮਹੀਨੇ ਤੁਹਾਡੀ ਸੇਵਾ ਵਿੱਚ ਕਿਸੇ ਇੱਕ ਵਿਸ਼ੇਸ਼ ਵਿਸ਼ੇ ਦੀ ਕਾਰਜਸ਼ਾਲਾ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅੱਜ ਕੱਲ੍ਹ ਸਾਰੇ ਸਕੂਲਾਂ ਕੋਲ ਸਮਾਰਟ ਰੂਮ ਹਨ, ਘੱਟੋ ਘੱਟ ਇੱਕ ਸਮਾਰਟ ਰੂਮ ਤਾਂ ਹਰ ਸਕੂਲ ਵਿੱਚ ਹੈ। ਇਸ ਤਰ੍ਹਾਂ ਵਿਉਂਤਬੰਦੀ ਬਣਾਈਏ ਕਿ ਵਾਰੀ-ਵਾਰੀ ਇੱਕ ਕਲਾਸ ਕਰਕੇ 30 ਨਵੰਬਰ ਤੱਕ ਕਿਸੇ ਵਿਸ਼ੇ ਨੂੰ ਧਿਆਨ ਨਾਲ ਸਰਵਣ ਕਰ ਲਈਏ। ਇਸ ਵਿਸ਼ੇ ਦਾ ਪਹਿਲਾ ਭਾਗ ਪਿਛਲੇ ਮਹੀਨੇ ਦੀ ਕਾਰਜਸ਼ਾਲਾ ਦੌਰਾਨ ਸਾਂਝਾ ਕੀਤਾ ਗਿਆ ਸੀ ਅਤੇ ਇਹ ਆਤਮ ਪ੍ਰਕਾਸ਼ YouTube ਚੈਨਲ ਤੇ ਸ਼ਖਸੀਅਤ ਉਸਾਰੀ ਲਈ ਨਿਤਨੇਮ ਦੀਆਂ ਬਾਣੀਆਂ ਦਾ ਮਹੱਤਵ ਭਾਗ 1 ਦੇ ਸਿਰਲੇਖ ਹੇਠ ਮੌਜੂਦ ਹੈ। ਸੋਧਾਂ ਲਈ ਅਸੀਂ ਇਹਨਾਂ ਦੋਨਾਂ ਵਿਸ਼ਿਆਂ ਦਾ ਲਿੰਕ ਇਸ ਚੈਟ ਬਾਕਸ ਵਿੱਚ ਸਾਂਝਾ ਕਰ ਰਹੇ ਹਾਂ। ਸਮੂਹ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਦੇ ਦੋਨੋਂ ਭਾਗ 1 ਅਤੇ 2 ਨੂੰ 30 ਨਵੰਬਰ ਤੋਂ ਪਹਿਲਾਂ ਆਪੋ ਆਪਣੇ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਜ਼ਰੂਰ ਸੁਣਾਈਏ। ਜੇ ਅਜੇ ਸਕੂਲ ਨਹੀਂ ਖੁੱਲ੍ਹੇ ਤਾਂ ਸਾਰਿਆਂ ਨੂੰ ਲਿੰਕ ਭੇਜ ਕੇ ਦੋਨਾਂ ਕਾਰਜਸ਼ਾਲਾਵਾਂ ਨੂੰ ਸੁਣਨ ਅਤੇ ਇਹਨਾਂ ਵਿੱਚੋਂ ਮਿਲੀ ਸਿੱਖਿਆ ਨੂੰ 200 ਸ਼ਬਦਾਂ ਵਿੱਚ ਲਿਖਣ ਲਈ ਪ੍ਰੇਰਨਾ ਕਰੀਏ। ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਜੇ ਅਸੀਂ ਵਿਦਿਆਰਥੀਆਂ ਦੀ ਸ਼ਖਸੀਅਤ ਦੀ ਘਾਟ ਲਈ ਕਾਰਜਸ਼ੀਲ ਹੋ ਜਾਈਏ ਤਾਂ ਸਮਾਜ ਨੂੰ ਬਦਲਣ ਵਿੱਚ ਜ਼ਰੂਰ ਸਫਲ ਹੋਵਾਂਗੇ। ਆਤਮ ਪ੍ਰਕਾਸ਼ ਐਪ ਰਾਹੀਂ ਹਰ ਮਹੀਨੇ ਇੱਕ ਮਾਸਿਕ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਜਾਂਦਾ ਹੈ। ਇਸ ਮਹੀਨੇ ਦਾ ਮਾਸਿਕ ਪ੍ਰਸ਼ਨੋਤਰੀ ਮੁਕਾਬਲਾ ਮਿਤੀ 27 ਨਵੰਬਰ 2020 ਤੋਂ 29 ਨਵੰਬਰ 2020 ਤੱਕ ਕਰਵਾਇਆ ਜਾ ਰਿਹਾ ਹੈ। ਸਾਰੇ ਪਰਿਵਾਰਾਂ ਅਤੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਵਿਦਿਆਰਥੀਆਂ ਨੂੰ ਆਤਮ ਪ੍ਰਕਾਸ਼ ਐਪ ਉੱਪਰ ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਭਾਗ ਲੈਣਾ ਯਕੀਨੀ ਬਣਾਉਣ। ਆਤਮ ਪ੍ਰਕਾਸ਼ ਕਾਫਲੇ ਨਾਲ ਜੁੜ ਕੇ ਵੱਖ-ਵੱਖ ਸੇਵਾਵਾਂ ਨਿਭਾਉਣ ਲਈ ਇਹ ਨੰਬਰਾਂ ਨੂੰ ਨੋਟ ਕਰ ਲਓ ਜੀ 82 880 10 531 ਅਤੇ 82 880 10 532।
ਸਾਰਿਆਂ ਨੂੰ ਬੇਨਤੀ ਹੈ ਕਿ ਵਿਦਿਆਰਥੀਆਂ ਦੀ ਹੁਸ਼ਿਆਰ ਮਨੁੱਖਾਂ ਵਜੋਂ ਘਾਟ ਘੜਨ ਲਈ ਆਰੰਭ ਕੀਤੇ ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤਨ ਮਨ ਧਨ ਨਾਲ ਸੇਵਾਵਾਂ ਦੀ ਜ਼ਿੰਮੇਵਾਰੀ ਸੰਭਾਲੋ ਜੀ। ਇਹਨਾਂ ਵਿਚਾਰਾਂ ਨਾਲ ਸਾਡੀ ਅੱਜ ਦੀ ਕਾਰਜਸ਼ਾਲਾ ਦੀ ਸਮਾਪਤੀ ਹੈ। ਅਗਲੇ ਮਹੀਨੇ ਦੀ ਕਾਰਜਸ਼ਾਲਾ ਦਸੰਬਰ ਮਹੀਨੇ ਦੇ ਪਹਿਲੇ ਐਤਵਾਰ ਮਿਤੀ 6 ਦਸੰਬਰ 2020 ਨੂੰ 4:30 ਵਜੇ ਆਤਮ ਪ੍ਰਕਾਸ਼ YouTube ਚੈਨਲ ਉੱਪਰ ਪ੍ਰਸਾਰਿਤ ਕੀਤੀ ਜਾਵੇਗੀ। ਸਮੂਹ ਸਰੋਤਿਆਂ ਦਾ ਅੱਜ ਦੀ ਕਾਰਜਸ਼ਾਲਾ ਵਿੱਚ ਸ਼ਾਮਲ ਹੋਣ ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आत्म प्रगास